ਨਿਰੰਜਣੀ ਜੋਤ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 9ਵੇਂ ਜੋਤੀ ਸਰੂਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਬਾਰਕ ਇਤਿਹਾਸਕ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਔਰ ਵੱਖ-ਵੱਖ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਅਸੀਸ ਨੂੰ ਪ੍ਰਾਪਤ ਕਰ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਅਕਾਲ ਪੁਰਖ ਜੀ ਦੀ ਬਖਸ਼ਿਸ਼ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੱਜੇ ਹੋਏ ਗੁਰੂ ਦਰਬਾਰ ਦੇ ਅੰਦਰ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਉਪਰੰਤ ਆਸਾ ਕੀ ਵਾਰ ਦਾ ਕੀਰਤਨ ਹੋਇਆ ਹੈ। ਸੋ ਹੁਣ ਵਾਹਿਗੁਰੂ ਅਕਾਲ ਪੁਰਖ ਜੀ ਬਖਸ਼ਿਸ਼ ਦੇ ਨਾਲ ਅੰਮ੍ਰਿਤਮਈ ਬਾਣੀ, ਧੁਰ ਕੀ ਬਾਣੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਸ਼ਬਦ ਵਿਚਾਰ ਆਰੰਭ ਹੋਣ ਲੱਗੀ ਹੈ। ਸੋ ਆਓ ਸਾਰੀ ਸੰਗਤ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ, ਅਦਬ, ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਪ ਜੀ ਨੇ ਜਿਸ ਗੁਰਵਾਕ ਦੇ ਮੁਬਾਰਕ ਪਾਠ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਹੋਰਾਂ ਦੀ ਪਾਵਨ ਰਸਨਾ ਤੋਂ ਸਰਵਣ ਕੀਤੇ ਹਨ, ਇਹ ਅੰਮ੍ਰਿਤਮਈ ਫਰਮਾਨ ਸ਼੍ਰੋਮਣੀ ਭਗਤ ਤਰਲੋਚਨ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 525 ਦੇ ਉੱਪਰ ਸ਼ੋਭਨੀਕ ਹੈ। ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਦਰਸ਼ਨ ਦੀਦਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਜੋ ਸਾਡਾ ਮੂਲ ਹੈ ਤਿਸ ਤੋਂ ਦ੍ਰਿੜ ਕਰਵਾਇਆ ਜਾਂਦਾ ਹੈ। ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਅਕਾਲ ਪੁਰਖ ਇੱਕ ਹੈ ਔਰ ਉਸ ਨਿਰੰਕਾਰ ਦਾ ਹੀ ਇਹ ਸਾਕਾਰ ਰੂਪ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜੋ ਆਕਾਰ ਰਹਿਤ ਹੈ, ਚੱਕਰ ਚਿੰਨ और वर्ण जात और पात नहीं जे, रूप रंग और रेख पे को कह ना सकत के। ਇਹ ਸਾਰੇ ਦੇ ਸਾਰੇ ਸੰਸਾਰ ਦੀ ਰਚਨਾ, ਇਹ ਸਾਰੀ ਦੀ ਸਾਰੀ ਕਾਇਨਾਤ, ਇਹ ਸਾਰੀ ਦੀ ਸਾਰੀ ਕੁਦਰਤ ਜਿਹੜੀ ਹੈ ਉਸ ਕਾਦਰ ਦੀ ਸਿਰਜੀ ਹੋਈ ਹੈ। ਤੋ ਸਾਰੀ ਕੁਦਰਤ ਦੇ ਅੰਦਰ ਟਿਕਿਆ ਹੋਇਆ ਹੈ, ਜ਼ਰੇ ਜ਼ਰੇ ਦੇ ਵਿੱਚ ਮੌਜੂਦ ਹੈ। ਇਹਦਾ ਮਤਲਬ ਫਿਰ ਉਸ ਅਕਾਲ ਪੁਰਖ ਜੀ ਦੀ ਸਤਾ ਸਾਡੇ ਹਿਰਦੇ ਦੇ ਅੰਦਰ ਵੀ ਟਿਕੀ ਹੋਈ ਹੈ। ਵੈਸੇ ਵੀ ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਬੜੇ ਪਿਆਰ ਨਾਲ ਪੜ੍ਹਦੇ ਸੁਣਦੇ ਹਾਂ ਤੇ ਸਪਸ਼ਟ ਹੋ ਜਾਂਦਾ ਹੈ, ਸਭ ਮੇਂ ਜੋਤ ਜੋਤ ਹੈ ਸੋਏ। ਇਹਦਾ ਮਤਲਬ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਜੀ ਜੋਤ ਸਾਡੇ ਸਾਰਿਆਂ ਦੇ ਅੰਦਰ ਹੈ। ਉਸ ਦੀ ਸਤਾ ਹਰੇਕ ਥਾਂ ਤੇ ਟਿਕੀ ਹੋਈ ਹੈ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਚਾਹੇ ਪਸ਼ੂ ਨੇ, ਪੰਛੀ ਨੇ, ਮਨੁੱਖ ਹੈ, ਬਨਸਪਤੀ ਹੈ, ਕੁਛ ਵੀ। ਫਿਰ ਇਹਦਾ ਮਤਲਬ ਸਾਡੇ ਕੋਈ ਜੀਵਨ ਦਾ ਮਕਸਦ ਤਾਂ ਹੈ। ਕਹੇ ਕਬੀਰ ਇਹ ਰਾਮ ਕੀ ਅੰਸ਼, ਇਹ ਜਿਹੜੀ ਸਾਡੀ ਆਤਮਾ ਹੈ ਇਹਦੀ ਕੋਈ ਖਿੱਚ ਤਾਂ ਹੋਣੀ ਚਾਹੀਦੀ ਹੈ ਆਪਣੇ ਮੂਲ ਨਾਲ ਜੁੜਨ ਵਾਸਤੇ। ਮੇਰਾ ਤੱਤ ਕੀ ਹੈ, ਮੇਰਾ ਮੂਲ ਮੁੱਢ ਕੀ ਹੈ, ਮੁੱਢ ਉਸ ਦੇ ਵਿੱਚ ਅਭੇਦ ਹੋਣਾ, ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਪ੍ਰੇਮ ਮਿਲਾਪ ਦੀ ਪ੍ਰਾਪਤੀ ਕਰਨੀ, ਜੋ ਇੱਕ ਸੁਪਰੀਮ ਪਾਵਰ ਹੈ ਜਿਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਆਪਣੇ ਹੁਕਮ ਦੇ ਵਿੱਚ। ਤੇ ਇਹ ਵੀ ਕਹਿ ਦਈਏ ਕਿ ਉਸਨੇ ਖੁਦ ਵੀ ਆਪਣੇ ਆਪ ਨੂੰ ਹੀ ਪ੍ਰਕਾਸ਼ਮਾਨ ਕੀਤਾ ਹੈ। ਜੇਕਰ ਅਸੀਂ ਉਸ ਇੱਕ ਓੰਕਾਰ ਦੇ ਪ੍ਰੇਮ ਮਿਲਾਪ ਦੀ ਪ੍ਰਾਪਤੀ ਲੋਚਦੇ ਹਾਂ ਤੇ ਇਹ ਮਹਾਨ ਬਖਸ਼ਿਸ਼ ਸਾਨੂੰ ਕੇਵਲ ਤੇ ਕੇਵਲ ਸਤਿਗੁਰੂ ਦੀ ਕਿਰਪਾ ਨਾਲ ਹੋ ਸਕਦੀ ਹੈ, ਬਲਕਿ ਸਾਡੀਆਂ ਆਪਣੀਆਂ ਚਲਾਕੀਆਂ ਚਤਰਾਈਆਂ ਆਦਿ ਨਾਲ ਨਹੀਂ।
ਇਹ ਮਨ ਚੰਚਲਾ ਚਤੁਰਾਈ ਕਿਣੈ ਨਾ ਪਾਇਆ। ਸੋ ਇਸੇ ਤਰ੍ਹਾਂ ਹੀ ਇੱਕ ਵਾਰ ਸੀ, ਬਲਕਿ ਸ਼ੋਲਾਪੁਰ ਦੇ ਰਹਿਣ ਵਾਲੇ ਹੋਏ ਨੇ ਭਗਤ ਤਰਲੋਚਨ ਜੀ, ਮਹਾਰਾਸ਼ਟਰ ਤੋਂ। ਕੁਝ ਵਿਦਵਾਨਾਂ ਦਾ ਮਤ ਹੈ ਕਿ ਵੈਸ਼ਨਵ ਮਤ ਨਾਲ ਹੀ ਸੰਬੰਧਿਤ ਸਨ, ਬ੍ਰਾਹਮਣ ਸੀ। ਤੇ ਜੋ ਪਿਤਾ ਪੁਰਖੀ ਰਵਾਇਤਾਂ ਨੂੰ ਆਪਾਂ ਦੇਖਦੇ ਹਾਂ, ਠਾਕੁਰ ਪੂਜੇ ਮੋਲ ਲੈ, ਮਨ ਹੱਠ ਤੀਰਥ ਜਾਏ, ਦੇਖਾ ਦੇਖੀ ਸੁਆਂਗ ਧਰ, ਭੁੱਲੇ ਭਟਕਾ ਖਾਹੇ। ਕਿਉਂਕਿ ਜਿਵੇਂ ਲੋਕਾਂ ਨੇ ਬਹੁਤਾਤ ਵਿੱਚ ਭਰਮ ਨੂੰ ਧਰਮ ਸਮਝ ਲਿਆ ਤੇ ਇਹਨਾਂ ਭੁਲੇਖਿਆਂ ਦੇ ਵਿੱਚ ਪੈ ਕੇ ਕੁਝ ਵਿਖਾਵੇ ਦੇ ਕਰਮ ਕਰਨੇ ਸ਼ੁਰੂ ਕਰ ਲਏ। ਤਕਰੀਬਨ ਇਹ ਮਨੁੱਖੀ ਸੁਭਾਅ ਦੀ ਫਿਤਰਤ ਹੈ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਕਿ ਬੰਦਾ ਓਨਾ ਧਾਰਮਿਕ ਨਹੀਂ ਹੁੰਦਾ ਜਿੰਨਾ ਧਾਰਮਿਕ ਹੋਣ ਦਾ ਢੌਂਗ ਰਚਦਾ ਹੈ। ਜੋ ਕੇਵਲ ਤੇ ਕੇਵਲ ਵਿਖਾਵੇ ਮਾਤਰ ਅਸੀਂ ਕਰਮ ਕਰਦੇ ਹਾਂ, ਦੂਸਰਿਆਂ ਨੂੰ ਭਰਮਾਉਣ ਵਾਸਤੇ, ਦੂਸਰਿਆਂ ਨੂੰ ਆਪਣੀ ਲੁੱਟ-ਪੁੱਟ ਦਾ ਸ਼ਿਕਾਰ ਬਣਾਉਣ ਵਾਸਤੇ, ਉਹ ਵਿਖਾਵਾ ਹੈ, ਉਹ ਕਰਮਕਾਂਡ ਹੈ, ਉਹ ਪਖੰਡ ਹੈ। ਪਰ ਇਸ ਤਰ੍ਹਾਂ ਕਰਨ ਦੇ ਨਾਲ ਕਦੇ ਵੀ ਅਸੀਂ ਉਸ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਕਰ ਪਾਉਂਦੇ। ਆਪਾਂ ਕਈ ਦਫਾ ਸਤਿਗੁਰਾਂ ਦੇ ਅੰਮ੍ਰਿਤ ਬੋਲ ਪੜ੍ਹਦੇ ਹਾਂ, ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਲ ਨਿਮਕ ਸਿਮਰਤ ਜਿਤ ਛੂਟੇ। ਇਹ ਜਿੰਨਾ ਕੁਝ ਅਸੀਂ ਬਾਹਰੀ ਤੌਰ ਤੇ ਵਿਖਾਵਾ ਕਰਦੇ ਹਾਂ, ਮੇਰੇ ਵਰਗਾ ਦਾਨੀ ਕੋਈ ਨਹੀਂ, ਮੇਰੇ ਵਰਗਾ ਇਸ਼ਨਾਨੀ ਕੋਈ ਨਹੀਂ, ਮੇਰੇ ਵਰਗਾ ਨਾਮੀ ਕੋਈ ਨਹੀਂ। ਹਾਂ, ਜੇ ਇਹ ਸਾਨੂੰ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਨੇ ਤੇ ਸਾਨੂੰ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਬਲਕਿ ਆਪਣੀ ਡੋਂਡੀ ਨਹੀਂ ਪਿੱਟਣੀ ਚਾਹੀਦੀ, ਆਪਣੇ ਮੂੰਹੋਂ ਮੀਆਂ ਮਿੱਠੂ ਨਹੀਂ ਬਣਨਾ ਚਾਹੀਦਾ। ਪਰ ਸਾਡੇ ਸੁਭਾਅ ਦੇ ਅੰਦਰ ਕੁਝ ਐਸੇ ਅੰਸ਼ ਜਿਹੜੇ ਨੇ ਉਹ ਟਿਕੇ ਹੁੰਦੇ ਨੇ। ਹੁਣ ਜਿਹੜੇ ਪੰਡਿਤ ਵਿਦਵਾਨ ਲੋਕ ਸਨ, ਉਹ ਆਪਣੇ ਢੰਗ ਦੇ ਨਾਲ ਵਿਦਵਤਾ ਦਿੰਦੇ ਸਨ। ਭਗਤ ਤਰਲੋਚਨ ਜੀ ਵੀ ਪਿਤਾ ਪੁਰਖੀ ਰਵਾਇਤਾਂ ਦੇ ਮੁਤਾਬਕ ਬਾਹਰਲੇ ਕਰਮ ਕਾਂਡਾਂ ਦੇ ਵਿੱਚ ਲੱਗੇ ਹੋਏ ਸਨ। ਔਰ ਮਨ ਦੇ ਅੰਦਰ ਇੱਕ ਭੁਲੇਖਾ ਵੀ ਸੀ ਕਿ ਮੈਂ ਬੜਾ ਵੱਡਾ ਧਾਰਮਿਕ ਬਣ ਗਿਆ। ਜਦੋਂ ਅਸੀਂ ਵੱਖ-ਵੱਖ ਇਹਨਾਂ ਦੇ ਬਾਬਤ ਲਿਖੀਆਂ ਹੋਈਆਂ ਪੁਸਤਕਾਂ ਨੂੰ ਪੜ੍ਹਦੇ ਹਾਂ ਤੇ ਵਿਦਵਾਨਾਂ ਦੀਆਂ ਲਿਖਤਾਂ ਦੇ ਵਿੱਚ ਬਹੁਤ ਸਾਰਾ ਮਤਭੇਦ ਵੀ ਮਿਲਦਾ ਹੈ। ਜਿਵੇਂ ਕਿ ਕਾਮ ਗੱਲ ਪ੍ਰਚਲਿਤ ਕੀਤੀ ਗਈ ਕਿ ਭਗਤ ਧੰਨਾ ਜੀ ਨੂੰ ਪੱਥਰ ਦੇਣ ਵਾਲਾ ਭਗਤ ਤਰਲੋਚਨ ਸੀ, ਜਦੋਂ ਕਿ ਇਤਿਹਾਸ ਦੀ ਕਸਵੱਟੀ ਦੇ ਉੱਪਰ ਇਹ ਗੱਲ ਖਰੀ ਨਹੀਂ ਉਤਰਦੀ। ਹੁਣ ਜਿਹੜਾ ਭਗਤ ਤਰਲੋਚਨ ਜੀ ਸੀ, ਭਾਵੇਂ ਸਾਡੇ ਵਿਦਵਾਨਾਂ ਨੇ ਦੱਸਿਆ ਉਹ ਬ੍ਰਾਹਮਣ ਹੈ, ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਦੀ ਮਾਨਸਿਕਤਾ ਇੱਕੋ ਜਿਹੀ ਹੋਵੇ, ਉਹਨਾਂ ਦੀ ਵੈਰ ਵਿਰੋਧ ਵਾਲੀ ਭਾਵਨਾ ਹੋਵੇ। ਇਹਨਾਂ ਦੀ ਮੁਹੱਬਤ ਪੈ ਗਈ ਸੀ ਭਗਤ ਨਾਮਦੇਵ ਜੀ ਦੇ ਨਾਲ। ਔਰ ਭਗਤ ਨਾਮਦੇਵ ਜੀ ਜਿਹੜੇ ਸਨ, ਦਾਮ ਸ਼ੇਖ ਜੀ ਦੇ ਪੁੱਤਰ ਸਨ। ਪਿਤਾ ਪੁਰਖੀ ਕਿਰਤ ਵਿਰਤ ਦਾ ਕੰਮ ਸੀ, ਅਮਰੇ ਰੰਗਣੇ, ਜਲ ਢੋਣਾ ਆਦਿ ਕੁਛ ਵੀ ਕਹਿ ਲਈਏ, ਕਿਰਤੀ ਬੰਦਾ ਕੋਈ ਵੀ ਆਪਣੇ ਹੱਕ ਸੱਚ ਦੀ ਕਿਰਤ ਲਈ ਕੰਮ ਕਰਦਾ ਹੈ। ਔਰ ਦੂਸਰਾ, ਭਗਤ ਤਰਲੋਚਨ ਜੀ ਇਨਸਾਫ ਪਸੰਦ ਲੋਕ ਸਨ। ਜਦੋਂ ਭਗਤ ਨਾਮਦੇਵ ਜੀ ਨੂੰ ਮੰਦਿਰ ਦੇ ਵਿੱਚੋਂ ਕੁਝ ਜਾਤ ਬਮਾਨੀ ਵਿਪਰਾਂ ਦੇ ਵੱਲੋਂ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਤੇ ਉਸ ਵੇਲੇ ਕਾਫੀ ਇਨਸਾਨੀ ਜਿਗਰਾ ਰੱਖਣ ਵਾਲੇ ਵਿਅਕਤੀ ਜਿਹੜੇ ਸੀ, ਉਹ ਭਗਤ ਨਾਮਦੇਵ ਜੀ ਦੇ ਨਾਲ ਖੜ ਗਏ ਸੀ ਕਿ ਫਿਰ ਕੀ ਹੋਇਆ। ਜੇ ਮਨੂ ਸਿਮਰਤੀ ਦੇ ਆਧਾਰ ਤੇ ਸ਼ਤਾਨੀ ਦਿਮਾਗ ਵਾਲਿਆਂ ਦੀ ਸੋਚ ਦੇ ਮੁਤਾਬਕ ਨਾਮਦੇਵ ਜੀ ਦਾ ਜਨਮ ਸ਼ੂਦਰਾਂ ਵਿੱਚ ਹੋਇਆ ਤੇ ਇਹਦੇ ਵਿੱਚ ਇਹਦਾ ਕੀ ਕਸੂਰ ਹੈ। ਚਲੋ ਆਰਥਿਕ ਪੱਖੋਂ ਗਰੀਬ ਨੇ, ਪਰ ਆਪਣੀ ਮਿਹਨਤ ਮੁਸ਼ੱਕਤ ਕਰਕੇ ਤਾਂ ਖਾਂਦੇ ਨੇ, ਕਿਸੇ ਦਾ ਹੱਕ ਤਾਂ ਨਹੀਂ ਮਾਰਦੇ। ਬਹੁਤ ਸਾਰੇ ਲੋਕ ਸੀ ਜਿਹੜੇ ਭਗਤ ਨਾਮਦੇਵ ਜੀ ਵਾਲੇ ਪਾਸੇ ਨੂੰ ਖੜ ਗਏ ਸੀ। ਜਿਵੇਂ ਅਸੀਂ ਪੜ੍ਹਦੇ ਵੀ ਹਾਂ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਾ ਦੇਹੁਰਾ ਫਿਰੇ। ਇੰਜ ਕਹਿ ਲਈਏ ਕਿ ਰੱਬ ਜਿਹੜਾ ਸੀ ਭਗਤ ਨਾਮਦੇਵ ਜੀ ਵੱਲ ਹੋ ਗਿਆ। ਇਹਦੇ ਮਨ ਦੇ ਅੰਦਰ ਕਦੇ ਵਿਚਾਰ ਵੀ ਚੱਲਦੀ ਸੀ, ਜਿਹਦੇ ਬਾਰੇ ਅਸੀਂ ਜਦੋਂ ਭਗਤ ਕਬੀਰ ਸਾਹਿਬ ਜੀ ਹੋਰਾਂ ਦੇ ਸ਼ਲੋਕ ਪੜ੍ਹਦੇ ਹਾਂ ਨਾ ਗੁਰਬਾਣੀ ਦੇ ਅੰਦਰ, ਉਹਨਾਂ ਵਿੱਚੋਂ ਵੀ ਸਪਸ਼ਟ ਆਉਂਦੀ ਵੀ ਇਹਨਾਂ ਦੀ ਬੜੀ ਗਾੜੀ ਮਿੱਤਰਤਾ ਹੁੰਦੀ ਸੀ।
ਭਗਤ ਤਰਲੋਚਨ ਜੀ ਦੀ ਔਰ ਭਗਤ ਨਾਮਦੇਵ ਜੀ ਦੀ। ਜਿਵੇਂ ਕਿ ਇੱਕ ਦਿਨ ਨਾਮਦੇਵ ਜੀ ਨੂੰ ਮਿਲਦੇ ਨੇ, ਮਿੱਤਰ ਕਰਕੇ ਚੰਗੀ ਗੱਲ ਦੱਸਦੇ ਨੇ ਆਪਣੀ ਵੱਲੋਂ। ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲੇ ਰਾਮ ਨਾ ਲਵੋ ਚੀਤ। ਐ ਨਾਮਦੇਵ, ਤੂੰ ਅਮਰੀ ਰੰਗ ਦਾ ਰਹੇਗਾ। ਮਿੱਤਰ ਪਿਆਰਿਆ, ਤੂੰ ਵੀ ਕੋਈ ਪ੍ਰਭੂ ਪਿਆਰੇ ਦੀ ਭਜਨ ਬੰਦਗੀ ਕਰ ਲੈ। ਅੱਗੋਂ ਨਾਮਦੇਵ ਜੀ ਨੇ ਵੀ ਬੜੇ ਪਿਆਰ ਦੇ ਨਾਲ ਹੀ ਜਵਾਬ ਦਿੱਤਾ ਸੀ। ਨਾਮਾ ਕਹਿ ਤੇ ਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿ ਸਾਨੂੰ ਹੱਥਾਂ ਪੈਰਾਂ ਦੇ ਨਾਲ ਆਪਣੀ ਕਿਰਤ ਵਿਰਤ ਕਰਨੀ ਚਾਹੀਦੀ ਹੈ, ਔਰ ਕਿਰਤ ਵਿਰਤ ਕਰਦਿਆਂ ਹੋਇਆਂ ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ ਹੋਣਾ ਚਾਹੀਦਾ ਹੈ। ਇਹ ਨਾਮਦੇਵ ਜੀ ਨੇ ਭਗਤ ਤਰਲੋਚਨ ਜੀ ਨੂੰ ਇਸ ਵਿਧ ਨਾਲ ਸਮਝਾਇਆ ਸੀ। ਫਿਰ ਜੋ ਇਹਨਾਂ ਦੇ ਮਨ ਦੇ ਥੋੜੇ ਸ਼ੰਕੇ ਵੀ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਬੰਦਾ ਮਿਹਨਤ ਵੀ ਕਰੇ, ਕਿਰਤ ਵਿਰਤ ਵੀ ਕਰੇ ਤੇ ਰੱਬ ਦਾ ਨਾਮ ਵੀ ਜਪੇ, ਇਹ ਕਿਵੇਂ ਹੋ ਸਕਦਾ ਹੈ। ਤੇ ਇਹਦੇ ਬਾਬਤ ਵੀ ਸਮਝਾਉਂਦਿਆਂ ਹੋਇਆਂ ਭਗਤ ਨਾਮਦੇਵ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ ਜੋ ਰਾਮਕਲੀ ਰਾਗ ਦੇ ਅੰਦਰ ਦਰਜ ਹੈ। ਅਨੀਲੇ ਕਾਗਦ ਕਾਟਿਲੇ ਗੂਡੀ, ਆਕਾਸ਼ ਮਦੇ ਪਰਮੀਲੇ, ਪੰਚ ਜਨਾ ਸਿਉ ਬਾਤ ਬਤਉਆ, ਕੀਤ ਸੋ ਡੋਰੀ ਰਾਖੀਲੇ। ਮਨ ਰਾਮ ਨਾਮਾ ਮੇਦੀਲੇ, ਜੈਸੇ ਕਣਕ ਗਲਾ ਚਿਤ ਮਾਂਡੀਲੇ ਰਹਾਓ। ਇਹ ਸਾਰੇ ਸ਼ਬਦ ਤੁਸੀਂ ਆਪ ਦਰਸ਼ਨ ਕਰਕੇ ਵੇਖਿਓ, ਕਿਉਂਕਿ ਅੱਜ ਕੱਲ ਸਭ ਕੁਝ ਨੈਟ ਦੇ ਉੱਪਰ ਉਪਲਬਧ ਹੈ। ਬਹੁਤ ਸਾਰੀ ਐਪਸ ਜਿਹੜੀ ਨੇ ਉਪਲਬਧ ਹੈ। ਕਿੱਡੇ ਪਿਆਰ ਦੇ ਨਾਲ, ਕਿੱਡੀਆਂ ਸੋਹਣੀਆਂ ਸੋਹਣੀਆਂ ਉਦਾਹਰਨਾਂ ਦੇ ਦੇ ਕੇ ਭਗਤ ਤਰਲੋਚਨ ਜੀ ਨੂੰ ਸਮਝਾਇਆ ਸੀ। ਉਹ ਕਿਹੜਾ ਢੰਗ ਹੈ, ਕਿਹੜੀ ਵਿਧ ਹੈ ਜਿਹਦੇ ਤੋਂ ਸਾਨੂੰ ਇਹ ਸੰਕੇਤ ਮਿਲਦੇ ਨੇ ਕਿ ਅਸੀਂ ਕਿਰਤ ਵਿਰਤ ਕਰਦਿਆਂ ਹੋਇਆਂ ਆਪਣੀ ਔਰ ਆਪਣੇ ਪਰਿਵਾਰ ਦੀ ਉਪਜੀਵਕਾ ਦਾ ਕਾਰ ਵਿਵਹਾਰ ਕਰਦਿਆਂ ਹੋਇਆਂ, ਪ੍ਰਬੰਧ ਕਰਦਿਆਂ ਹੋਇਆਂ ਉਸ ਨਿਰੰਕਾਰ ਦੀ ਭਜਨ ਬੰਦਗੀ ਕਰਕੇ ਇਸ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਜਦੋਂ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ ਤੇ ਉਹਨਾਂ ਦੇ ਅੰਦਰ ਵੀ ਸਾਨੂੰ ਇਹ ਜ਼ਿਕਰ ਮਿਲਦਾ ਹੈ ਕਿ ਇਹਨਾਂ ਦੋਹਾਂ ਦਾ ਆਪਸੀ ਬੜਾ ਗਾੜਾ ਪਿਆਰ ਸੀ। ਤੇ ਜਦੋਂ ਭਗਤ ਨਾਮਦੇਵ ਜੀ ਕਿਰਤ ਵਿਰਤ ਕਰਦਿਆਂ ਹੋਇਆਂ ਰੱਬ ਸੱਚੇ ਦੀ ਯਾਦ ਵਿੱਚ ਜੁੜੇ ਹੁੰਦੇ ਸਨ ਤੇ ਇਹ ਚੇਚਾ ਮਿਲਣ ਵਾਸਤੇ ਜਾਂਦੇ ਹੁੰਦੇ ਸੀ। ਇੱਕ ਦਿਨ ਇਹਨਾਂ ਨੇ, ਬਲਕਿ ਭਗਤ ਤਰਲੋਚਨ ਜੀ ਨੇ ਨਾਮਦੇਵ ਜੀ ਨੂੰ ਕਿਹਾ ਕਿ ਮਿੱਤਰ ਪਿਆਰਿਆ, ਮੈਨੂੰ ਵੀ ਕੋਈ ਢੰਗ ਦੱਸ, ਮੈਂ ਵੀ ਉਸ ਪ੍ਰਭੂ ਪਿਆਰੇ ਦੀ ਪ੍ਰੇਮਾ ਭਗਤੀ ਦਾ ਪਾਤਰ ਬਣ ਸਕਾਂ। ਮੇਰੀ ਕੀਤੀ ਹੋਈ ਸੇਵਾ ਭਗਤੀ ਵੀ ਉਸਦੇ ਦਰ ਤੇ ਪ੍ਰਵਾਨ ਹੋ ਜਾਵੇ। ਤੇ ਕਹਿੰਦੇ ਭਾਈ ਗੁਰਦਾਸ ਜੀ ਨੂੰ ਵਿਚੋਲਾ ਪਾਲਿਆ। ਭਾਈ ਗੁਰਦਾਸ ਜੀ ਨੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪੁੱਛਿਆ ਤੇ ਅੱਗੋਂ ਮਾਲਕ ਨੇ ਇਹ ਗੱਲ ਕਹੀ ਕਿ ਤੁਸੀਂ ਤਰਲੋਚਨ ਜੀ ਨੂੰ ਕਹਿ ਦਿਓ, ਦੁਨਿਆਵੀ ਭਟਾਵਾਂ ਦੇਣ ਦੇ ਨਾਲ ਵਾਹਿਗੁਰੂ ਰੀਝਦਾ ਨਹੀਂ ਹੈ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ ਹੈ। ਉਹ ਤੇ ਪਿਆਰ ਦਾ ਭੁੱਖਾ ਹੈ, ਉਸ ਦੇ ਨਾਲ ਮੁਹੱਬਤ ਦੀ ਜ਼ਰੂਰਤ ਹੈ। ਸੋ ਇਸ ਤਰ੍ਹਾਂ ਜਦੋਂ ਅਸੀਂ ਕੁੱਲ ਮਿਲਾ ਕੇ ਵੇਖਦੇ ਵਾਚਦੇ ਹਾਂ, ਭਾਵੇਂ ਕਿ ਕੁਝ ਵਿਦਵਾਨਾਂ ਨੇ ਲਿਖਿਆ ਹੈ ਕਿ ਨਾਮਦੇਵ ਜੀ ਔਰ ਤਰਲੋਚਨ ਜੀ ਗਿਆਨਦੇਵ ਜੀ ਦੇ ਸ਼ਖਸੀਅਤ ਸਨ, ਪਰ ਸਪਸ਼ਟ ਹੁੰਦਾ ਹੈ ਕਿ ਵਧੇਰੇ ਕਰਕੇ ਭਗਤ ਤਰਲੋਚਨ ਜੀ ਨੇ ਆਤਮਿਕ ਗਿਆਨ ਦੀ ਸੂਝ-ਬੂਝ ਜਿਹੜੀ ਸੀ ਉਹ ਨਾਮਦੇਵ ਜੀ ਦੇ ਪਾਸੋਂ ਹੀ ਪ੍ਰਾਪਤ ਕੀਤੀ ਸੀ। ਇਹ ਸੀ ਮਿੱਤਰਤਾ, ਇਹ ਸੀ ਪਿਆਰ, ਇਹ ਸੀ ਸਾਂਝ। ਔਰ ਭਗਤ ਤਰਲੋਚਨ ਜੀ ਨੇ ਰੱਜ ਕੇ ਬੰਦਗੀ ਕੀਤੀ ਔਰ ਫਿਰ ਜਿਹੜਾ ਅੰਮ੍ਰਿਤ ਦਾ ਚਸ਼ਮਾ ਉਹਨਾਂ ਦੇ ਅੰਦਰ ਫੁੱਟਿਆ, ਉਹਨੂੰ ਉਹਨਾਂ ਨੇ ਸ਼ਬਦੀ ਜਾਮਾ ਪਹਿਨਾਇਆ, ਜਿਹਦੇ ਵਿੱਚੋਂ 4 ਸ਼ਬਦ ਜਿਹੜੇ ਸੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧਰਮ ਪ੍ਰਚਾਰ ਦੇ ਦੌਰੇ ਤੇ ਗਏ ਤੇ ਉਸ ਵੇਲੇ ਜਿਹੜੇ ਇਹਨਾਂ ਦੇ ਵਾਰਸ ਸਨ, ਉਹਨਾਂ ਦੇ ਪਾਸੋਂ ਇਹ ਸ਼ਬਦ ਪ੍ਰਾਪਤ ਕੀਤੇ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਦਰਜ ਕੀਤਾ। ਇੱਕ ਸ਼ਬਦ ਸ੍ਰੀ ਰਾਗ ਦੇ ਅੰਦਰ ਹੈ ਔਰ 2 ਸ਼ਬਦ ਗੂਜਰੀ ਰਾਗ ਦੇ ਅੰਦਰ ਹਨ ਤੇ ਇੱਕ ਇਹਨਾਂ ਦਾ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ। ਹੁਣ ਇਹ ਜਿਹੜੇ 2 ਸ਼ਬਦ ਗੂਜਰੀ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਨੇ,
ਉਹਨਾਂ ਦੇ ਵਿੱਚੋਂ ਅੱਜ ਆਪਾਂ ਪਹਿਲੇ ਸ਼ਬਦ ਦੀ ਵਿਚਾਰ ਕਰਨੀ ਹੈ। ਜਿਵੇਂ ਕਿ ਗੋਜਰੀ ਸ੍ਰੀ ਤਰਲੋਚਨ ਜੀ ਯੋਗ ਕੇ ਪਦੇ ਘਰ ਪਹਿਲਾ। ਇਸ ਲੇਖ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਭਗਤ ਤਰਲੋਚਨ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਦੋ ਪਦੇ ਜੋ ਰਾਗ ਗੋਜਰੀ ਦੇ ਅੰਦਰ ਸ਼ੁਭਨੀਕ ਨੇ, ਔਰ ਇਹਨਾਂ ਨੂੰ ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ। ਹੁਣ ਦੇਖੋ, ਜਦੋਂ ਬੰਦੇ ਦੇ ਅੰਦਰ ਸੱਚ ਪ੍ਰਗਟ ਹੋ ਜਾਂਦਾ ਹੈ, ਉਹਨੂੰ ਸਮਝ ਪੈ ਜਾਂਦੀ ਹੈ, ਉਹਨੂੰ ਫਿਰ ਆਪਣਾ ਵੀ ਇੰਜ ਲੱਗਣ ਲੱਗ ਪੈਂਦਾ ਤੇ ਦੂਜਿਆਂ ਵੱਲ ਦੇਖ ਕੇ ਵੀ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਲੋਕ ਸੱਚ ਤੋਂ ਭਟਕੇ ਹੋਏ ਨੇ। ਫਿਰ ਸੱਚ ਤੋਂ ਭਟਕਿਆਂ ਹੋਇਆਂ ਨੂੰ ਸੱਚ ਦਾ ਉਪਦੇਸ਼ ਦੇਣਾ, ਇਹ ਵਿਰਲੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਹਿੱਸੇ ਵਿੱਚ ਆਉਂਦਾ ਹੈ। ਜਿਵੇਂ ਕੁਝ ਉਹਨਾਂ ਨੇ ਵੇਖਿਆ ਉਹਦੇ ਮੁਤਾਬਕ ਭਗਤ ਤਰਲੋਚਨ ਜੀ ਤੁਹਾਨੂੰ, ਮੈਨੂੰ, ਆਪਾਂ ਸਾਰਿਆਂ ਨੂੰ ਦੱਸ ਰਹੇ ਨੇ, ਅੱਜ ਵੀ ਦੱਸ ਰਹੇ ਨੇ। ਜਿਵੇਂ ਕਿ ਸ਼ਬਦ ਦਾ ਰਹਾਉ ਵਾਲਾ ਬੰਦ ਹੈ ਜੋ ਸਾਰੇ ਸ਼ਬਦ ਦਾ ਮਜ਼ਮੂਨ ਬਲਕਿ ਕੇਂਦਰੀ ਭਾਵ ਹੈ। ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਉ। ਕਹਿੰਦੇ ਇਹ ਜਿਹੜੀ ਲੁਕਾਈ ਹੈ, हे ਜੈ ਚੰਦ, ਇਹ ਸਾਰੀ ਦੀ ਸਾਰੀ ਲੁਕਾਈ ਜਿਹੜੀ ਹੈ ਭਰਮ ਦੇ ਵਿੱਚ ਭੁੱਲੀ ਹੋਈ ਹੈ, ਭੁਲੇਖੇ ਵਿੱਚ ਪਈ ਹੋਈ ਹੈ। ਇਹਨਾਂ ਨੇ ਪਹਿਚਾਣ ਹੀ ਨਹੀਂ ਕੀਤੀ, ਸਾਂਝ ਹੀ ਨਹੀਂ ਪਾਈ ਜਿੱਥੋਂ ਸਾਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਣੀ ਸੀ। ਉਸ ਪਰਮ ਆਨੰਦ ਦੀ ਬਖਸ਼ਿਸ਼ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਇਹ ਲੋਕ ਕੇਵਲ ਤੇ ਕੇਵਲ ਦੂਸਰਿਆਂ ਨੂੰ ਦਿਖਾਉਣ ਵਾਸਤੇ ਰਹਿ ਗਏ ਨੇ ਕਿ ਅਸੀਂ ਬੜੇ ਧਾਰਮਿਕ ਹਾਂ। ਇਹਨਾਂ ਬਾਹਰੀ ਤੌਰ ਤੇ ਧਾਰਮਿਕ ਲਿਬਾਸ ਤਾਂ ਪਹਿਨ ਲੈਣੇ, ਧਾਰਮਿਕ ਕਿਰਿਆਵਾਂ ਜਿਹੜੀਆਂ ਸੀ ਬਾਹਰੀ ਤੌਰ ਤੇ ਉਹ ਤਾਂ ਕਰਨੀਆਂ ਸ਼ੁਰੂ ਕਰ ਲਈਆਂ, ਪਰ ਅਸਲ ਦੇ ਵਿੱਚ ਇਹ ਕੇਵਲ ਤੇ ਕੇਵਲ ਲੋਕਾਂ ਨੂੰ ਦਿਖਾਉਣ ਤੇ ਭਰਮਾਉਣ ਵਾਸਤੇ ਨੇ, ਇਹਦੇ ਤੋਂ ਵੱਧ ਕੇ ਕੁਝ ਨਹੀਂ। ਇਹ ਇਹਨਾਂ ਦੇ ਤਨ ਦਾ ਵਿਖਾਵਾ ਹੈ, ਇਹ ਪਖੰਡ ਹੈ। ਪਖੰਡ ਹੁੰਦਾ ਵਿਖਾਵਾ। ਔਰ ਧਰਮ ਜਿਹੜਾ ਹੁੰਦਾ ਹੈ ਇਹ ਕਮਾਇਆ ਜਾਂਦਾ ਹੈ, ਧਰਮ ਵਿਖਾਇਆ ਨਹੀਂ ਜਾਂਦਾ। ਔਰ ਧਰਮ ਸਾਨੂੰ ਬਾਹਰੋਂ ਵੀ ਨਹੀਂ ਮਿਲਦਾ, ਧਰਮ ਸਾਡੇ ਅੰਦਰੋਂ ਪੈਦਾ ਹੁੰਦਾ। ਜਿਵੇਂ ਜਿਵੇਂ ਅਸੀਂ ਸੱਚ ਦੇ ਪੰਥੀ ਬਣਦੇ ਜਾਂਦੇ ਹਾਂ, ਸਾਡਾ ਵਿਵਹਾਰ, ਸਾਡਾ ਕਿਰਦਾਰ ਉਚੇਰਾ ਹੁੰਦਾ ਜਾਂਦਾ ਹੈ, ਸਾਡੇ ਅੰਦਰ ਚੰਗੇ ਗੁਣ ਪੈਦਾ ਹੁੰਦੇ ਜਾਂਦੇ ਨੇ, ਸਾਡੇ ਅੰਦਰੋਂ ਔਗਣਾਂ ਦੀ ਭਰਮਾਰ ਖਤਮ ਹੁੰਦੀ ਜਾਂਦੀ ਹੈ, ਬਲਕਿ ਕੁਕਰਮ ਖਤਮ ਹੋ ਜਾਣ ਦਾ ਨਾਮ ਧਰਮ ਹੈ। ਕਹਿੰਦੇ ਇਸ ਤਰ੍ਹਾਂ ਸਾਰੀ ਲੋਕਾਈ ਜਿਹੜੀ ਹੈ, ਸਾਰੀ ਲੋਕਾਈ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਾਰਿਆਂ ਨੂੰ ਇੱਕੇ ਰੱਸੇ ਲੰਘਾ ਲੈਂਦੇ ਨੇ, ਕਿਉਂਕਿ ਹੈਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਵਿਰਲੀਆਂ ਰੂਹਾਂ ਹੁੰਦੀਆਂ ਜਿਹੜੀਆਂ ਰੱਬੀ ਰੰਗ ਦੇ ਵਿੱਚ ਰੱਤੜੀਆਂ ਹੁੰਦੀਆਂ ਨੇ, ਤੇ ਉਹਨਾਂ ਨੂੰ ਵਿਖਾਵਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਪਰ ਉਹਨਾਂ ਲੋਕਾਂ ਦੀ ਭੀੜ ਹੁੰਦੀ ਹੈ ਜਿਹੜੇ ਲੋਕ ਕੇਵਲ ਤੇ ਕੇਵਲ ਦੂਸਰਿਆਂ ਨੂੰ ਦਿਖਾਵੇ ਵਾਸਤੇ ਕੁਝ ਕਰਦੇ ਨੇ। ਕਿਵੇਂ ਉਹ ਲੋਕਾਂ ਨੂੰ ਵਿਖਾਵੇ ਵਾਸਤੇ ਕਰਮ ਕਰਦੇ ਨੇ? ਉਹ ਬਾਹਰੀ ਤੌਰ ਤੇ ਤਾਂ ਆਪਣੇ ਆਪ ਨੂੰ ਦਰਸਾਉਂਦੇ ਨੇ, ਅਸੀਂ ਬੜੇ ਪਾਕ ਪਵਿੱਤਰ ਹਾਂ, ਸਾਡੇ ਵਸਤਰ ਬੜੇ ਪਾਕ ਪਵਿੱਤਰ ਨੇ, ਛੂਆ-ਛਾਤ ਦੀਆਂ ਗੱਲਾਂ ਕਰਦੇ ਨੇ, ਭਰਮ ਭੁਲੇਖਿਆਂ ਵਿੱਚ ਪਏ ਹੁੰਦੇ ਨੇ। ਜਿਵੇਂ ਕਿ ਮੇਰੇ ਇਲਾਕੇ ਦੇ ਵਿੱਚ ਹੀ ਇੱਕ ਪਿੰਡ ਪੈਂਦਾ ਹੈ ਨਾਰਲੀ, ਇੱਥੋਂ ਦਾ ਵਸਨੀਕ ਸੀ ਮਾਈ ਦਾਸ, ਔਰ ਵਿਪਰਵਾਦੀ ਪ੍ਰਭਾਵ ਸੀ ਪਰਿਵਾਰਕ ਤੌਰ ਤੇ। ਇਹ ਗੰਗਾ ਦੀ ਯਾਤਰਾ ਦੇ ਵਾਸਤੇ ਜਾਂਦਾ ਹੈ ਤੇ ਗੋਇੰਦਵਾਲ ਸਾਹਿਬ ਵਿਖੇ ਠਹਿਰ ਜਾਂਦਾ ਗੁਰੂ ਅਮਰਦਾਸ ਜੀ ਦੇ ਕੋਲ। ਔਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਿਧਾਂਤ ਸੀ ਪਹਿਲੇ ਪੰਗਤ ਪਾਛੇ ਸੰਗਤ, ਕਿ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੀਏ ਤਾਂ ਕਿ ਸਾਡੇ ਅੰਦਰੋਂ ਜਾਤ ਅਭਿਮਾਨਤਾ ਦਾ ਕੋੜ ਦੂਰ ਹੋਵੇ, ਛੂਆ-ਛਾਤ ਦੀ ਬਿਮਾਰੀ ਖਤਮ ਹੋਵੇ, ਫਿਰ ਤੁਸੀਂ ਸਾਡੇ ਕੋਲ ਚੱਲ ਕੇ ਆਉਣਾ। ਮਾਈ ਦਾਸ ਗੁਰੂ ਅਮਰਦਾਸ ਜੀ ਦੇ ਦਰਸ਼ਨ ਤੇ ਕਰਦਾ ਸੀ, ਪਰ ਇਹਨੇ ਪੰਗਤ ਵਿੱਚ ਬੈਠ ਕੇ ਇੱਕ ਦੋ ਦਿਨ ਪ੍ਰਸ਼ਾਦਾ ਨਾ ਛਕਿਆ, ਭੁੱਖਾ ਧਿਆਇਆ ਰਿਹਾ। ਤੇ ਕਈ ਵਾਰ ਜਦੋਂ ਬੰਦਾ ਇਹੋ ਜਿਹੀ ਪਰੇਸ਼ਾਨੀ ਦੇ ਵਿੱਚ ਹੁੰਦਾ ਹੈ ਕਿ ਲਓ ਜੀ ਇੱਥੇ ਤਾਂ ਸਾਰਿਆਂ ਨੂੰ ਇਕੱਠਿਆਂ ਬਿਠਾਇਆ ਜਾਂਦਾ ਜੀ, ਇੱਥੇ ਤਾਂ ਕੋਈ ਵੰਡ ਵਿਤਕਰਾ ਨਹੀਂ ਹੈ, ਖੱਤਰੀ ਬ੍ਰਾਹਮਣ ਸੂਦ ਵੈ ਸਭ ਏਕੇ ਨਾਮ ਤਰਾਨਥ, ਗੁਰ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੇ ਸੋ ਪਾਰ ਪ੍ਰਾਨਥ। ਇੱਥੇ ਤਾਂ ਇੱਕ ਦੀ ਗੱਲ ਹੈ,
ਇੱਥੇ ਤਾਂ ਸਾਰਿਆਂ ਨੂੰ ਇੱਕ ਥਾਂ ਤੇ ਬਿਠਾਇਆ ਜਾਂਦਾ ਹੈ। ਸੋ ਇਸ ਤਰ੍ਹਾਂ ਦੀਆਂ ਇਹਦੇ ਮਨ ਦੇ ਵਿੱਚ ਕਈ ਵਿਚਾਰਾਂ ਚੱਲਦੀਆਂ ਸੀ। ਇਹਨੂੰ ਰਾਤ ਭਰ ਨੀਂਦ ਨਾ ਆਈ, ਬੜਾ ਪਰੇਸ਼ਾਨ ਸੀ ਕਿ ਗੁਰੂ ਨਾਨਕ ਦੇ ਘਰ ਤੋਂ ਵੱਡਾ ਘਰ ਵੀ ਕੋਈ ਨਹੀਂ, ਜੋ ਮੈਂ ਸੁਣਿਆ, ਜੋ ਮੈਂ ਇਹਦੇ ਦਰਸ਼ਨਾਂ ਨੂੰ ਦੇਖ ਰਿਹਾ। ਪਰ ਇੱਥੇ ਕਾਰਨ ਕਿ ਮੇਰੇ ਮਨ ਦੇ ਅੰਦਰ ਜਿਹੜੀ ਇੱਕ ਬੜੀ ਵੱਡੀ ਦੁਬਿਧਾ ਖੜੀ ਹੋ ਜਾਂਦੀ ਹੈ। ਫਿਰ ਇਹਦੇ ਜਦੋਂ ਨੀਂਦ ਨਹੀਂ ਸੀ ਆ ਰਹੀ ਤੇ ਕਈ ਵਾਰ ਸੁੱਤਿਆਂ ਸੁੱਤਿਆਂ ਬੰਦੇ ਨੂੰ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਨੇ, ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ, ਕਦੇ ਕਦੇ ਚੰਗੇ ਖਿਆਲ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹਨੇ ਮਨ ਹੀ ਮਨ ਦੇ ਅੰਦਰ ਵਿਚਾਰ ਕੀਤੀ ਕਿ ਮਾਈ ਦਾਸ, ਤੂੰ ਕਿਹੜੇ ਭਰਮ ਵਿੱਚ ਪੈ ਗਿਆ? ਦੇਖ ਨਾ, ਜਿਹਦੇ ਦਰ ਤੇ ਤੂੰ ਹਾਜ਼ਰੀ ਭਰਿਆ ਹੈ, ਗੁਰੂ ਅਮਰਦਾਸ ਜੀ ਜਦੋਂ ਗੁਰੂ ਨਹੀਂ ਸੀ ਬਣੇ, ਉਦੋਂ ਇਹਨਾਂ ਨੇ 20 ਵਾਰ ਗੰਗਾ ਦੀ ਯਾਤਰਾ ਕੀਤੀ। ਪਰ 20 ਵਾਰ ਗੰਗਾ ਦੀ ਯਾਤਰਾ ਕਰਕੇ ਵੀ ਇਹਨਾਂ ਨੂੰ ਕੁਝ ਪ੍ਰਾਪਤ ਨਾ ਹੋਇਆ। ਤੇ ਪ੍ਰਾਪਤ ਕਦੋਂ ਹੋਇਆ? ਜਦੋਂ ਇਹਨਾਂ ਦਾ ਧੰਨ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਹੋ ਗਿਆ। ਇਸ ਵਾਸਤੇ ਗੁਰੂ ਤੋਂ ਬਿਨਾਂ ਗਤ ਨਹੀਂ ਹੁੰਦੀ। ਮੈਨੂੰ ਇਸ ਭਟਕਣਾ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਤੇ ਮੈਨੂੰ ਗੁਰੂ ਅਮਰਦਾਸ ਜੀ ਦੇ ਪਾਸੋਂ ਸਿੱਖੀ ਉਪਦੇਸ਼ ਲੈ ਲੈਣਾ ਚਾਹੀਦਾ ਹੈ। ਸਵੇਰੇ ਉੱਠਿਆ, ਇਸ਼ਨਾਨ ਪਾਣ ਕੀਤਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਜਾ ਕੇ ਖੜ ਗਿਆ। ਪਾਤਸ਼ਾਹ ਕਿਰਪਾ ਕਰੋ, ਮੇਰੇ ਮਨ ਦੇ ਭਰਮ ਭੁਲੇਖਿਆਂ ਨੂੰ ਦੂਰ ਕਰ ਦਿਓ, ਕਿਰਪਾ ਕਰੋ, ਮੈਨੂੰ ਨਾਮ ਉਪਦੇਸ਼ ਦੀ ਦਾਤ ਬਖਸ਼ੋ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਏਡੇ ਪਿਆਰ ਨਾਲ ਨਵਾਜਿਆ ਸੀ ਕਿ ਜਦੋਂ 22 ਮੰਜੀਆਂ ਜਿਹੜੀਆਂ ਸੀ ਸਥਾਪਿਤ ਕੀਤੀਆਂ, 22 ਪ੍ਰਚਾਰਕ ਸਥਾਪਿਤ ਕੀਤੇ ਸੀ, ਉਹਨਾਂ ਵਿੱਚ ਮਾਈ ਦਾਸ ਨੂੰ ਵੀ ਲਿਆ ਗਿਆ ਸੀ। ਨਹੀਂ ਤੇ ਹੁੰਦਾ ਕੀ ਹੈ, ਬੰਦਾ ਬਾਹਰੋਂ ਆਪਣੇ ਆਪ ਨੂੰ ਬੜਾ ਮਲ ਮਲ ਕੇ ਧੋਂਦਾ ਹੈ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਅੰਦਰ ਤੇ ਉਹਦੇ ਮੈਲ ਲੱਗੀ ਹੁੰਦੀ ਹੈ, ਅੰਦਰ ਨੂੰ ਤੇ ਧੋਂਦਾ ਹੀ ਨਹੀਂ, ਉਹ ਤੇ ਬਾਹਰੋਂ ਮਲ ਮਲ ਕੇ ਧੋਈ ਜਾਂਦਾ ਹੈ। ਹੈਨਾ, ਵੇਖੋ, ਇਸ਼ਨਾਨ ਕਰਨਾ ਮਾੜੀ ਗੱਲ ਨਹੀਂ, ਤਨ ਦੀ ਸਫਾਈ ਰੱਖਣੀ ਮਾੜੀ ਗੱਲ ਨਹੀਂ। ਇਹ ਭੁਲੇਖਾ ਪਾ ਲੈਣਾ ਨਾ ਆਪਣੇ ਆਪ ਨੂੰ ਕਿ ਮੈਂ ਬੜਾ ਸ਼ੁੱਧ ਹਾਂ, ਮੈਂ ਬੜਾ ਪਵਿੱਤਰ ਹਾਂ, ਆਹ ਭਰਮ ਹੁੰਦਾ ਹੈ। ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ। ਅਸੀਂ ਹੱਥਾਂ ਨੂੰ ਸਾਫ਼ ਕਰ ਸਕਦੇ ਹਾਂ, ਹੱਥਾਂ ਨੂੰ ਸਾਫ਼ ਕਰ ਸਕਦੇ ਹਾਂ, ਪਵਿੱਤਰ ਨਹੀਂ ਕਰ ਸਕਦੇ। ਕਈ ਵਾਰ ਅਸੀਂ ਕਹਿੰਦੇ ਨੇ ਮੇਰੇ ਹੱਥ ਸੁੱਚੇ ਕਰਾ ਦਿਓ ਜੀ, ਕਹਿੰਦੇ ਨਾ, ਜ਼ਿਆਦਾਤਰ ਸਾਡੇ ਭਾਈਆਂ ਦੀ ਇਹ ਸ਼ਬਦਾਵਲੀ ਹੁੰਦੀ ਹੈ। ਉਹਨਾਂ ਵੱਲ ਵੇਖ ਕੇ ਆਪਾਂ ਮੇਰੇ ਹੱਥ ਸੁੱਚੇ ਕਰਾਇਓ ਜੀ। ਹੱਥ ਸੁੱਚੇ ਨਹੀਂ ਹੋ ਸਕਦੇ, ਸਾਫ਼ ਹੋ ਸਕਦੇ ਆ। ਤਨ ਸੁੱਚਾ ਨਹੀਂ ਹੋ ਸਕਦਾ, ਤਨ ਸਾਫ਼ ਹੋ ਸਕਦਾ। ਪਰ ਇਹਨਾਂ ਨੇ ਤਨ ਸਾਫ਼ ਕਰਨ ਨੂੰ ਸਮਝ ਲਿਆ ਕਿ ਸਾਡੀ ਸੁੱਚਮਤਾ ਹੋ ਗਈ ਹੈ। ਸੂਚੇ ਸੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋਏ। ਇਸ ਤਰ੍ਹਾਂ ਸੁੱਚਮਤਾ ਨਹੀਂ ਹੁੰਦੀ। ਹੁਣ ਇਹ ਵਿਅਕਤੀ ਨੇ ਜ਼ਰੂਰੀ ਸੀ ਆਪਣੇ ਮਨ ਨੂੰ ਸਾਫ਼ ਕਰਨਾ। ਅਸੀਂ ਤਨ ਨੂੰ ਧੋਣ ਤੱਕ ਰਹਿ ਗਏ। ਕਈਆਂ ਨੇ ਭੁਲੇਖਾ ਪਾ ਲਿਆ, ਮੈਂ 8 ਤੀਰਥਾਂ ਤੇ ਇਸ਼ਨਾਨ ਕਰ ਰਿਹਾ, ਮੈਂ 2:30 ਵਜੇ ਉੱਠ ਕੇ ਇਸ਼ਨਾਨ ਕਰ ਲੈਂਦਾ। ਮੁਬਾਰਕ ਹੈ, ਬੜੀ ਚੰਗੀ ਗੱਲ ਹੈ ਭਾਈ, ਵਾਹਿਗੁਰੂ ਨੇ ਤੈਨੂੰ ਉਦਮ ਦਿੱਤਾ ਹੈ। ਪਰ ਯਾਦ ਰੱਖੀ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜੇ ਤੇਰਾ ਮਨ ਹੀ ਮੈਲਾ ਹੈ ਤੇ ਤਨ ਨੂੰ ਜਿੰਨਾ ਮਰਜ਼ੀ ਮਲ ਮਲ ਕੇ ਧੋਈ ਜਾਏ, ਇਹਦੇ ਨਾਲ ਗੱਲ ਨਹੀਂ ਬਣਦੀ। ਤੇਰੀਆਂ ਅੱਖਾਂ ਦੇ ਵਿੱਚ ਵੀ ਵਿਕਾਰਾਂ ਦੀ ਮੈਲ ਹੈ, ਤੇਰੇ ਕੰਨਾਂ ਦੇ ਵਿੱਚ ਵੀ, ਤੇਰੀ ਰਸਨਾ ਤੇ ਵੀ, ਤੇਰੀ ਸੁਰਤ ਦੇ ਅੰਦਰ ਵੀ ਟਿਕਿਆ ਹੋਇਆ ਸਭ ਕੁਛ ਹੈ ਗੰਦ ਪਿਲ। ਕਹਿੰਦੇ ਜੇ ਤੂੰ ਆਪਣੇ ਅੰਦਰ ਹਿਰਦੇ ਦੀ ਸਫਾਈ ਨਹੀਂ ਕੀਤੀ, ਗਿਆਨ ਰਤਨ ਮਨ ਮੰਝੀਏ ਬੌੜ ਨਾ ਮੈਲਾ ਹੋਏ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਤੇ ਬਾਹਰੋਂ ਤੂੰ ਲਿਬਾਸ ਜਿਹੜਾ ਉਹ ਵਿਰਕਤਾਂ ਵਾਲਾ ਬਣਾਇਆ ਹੋਇਆ ਕਿ ਨਹੀਂ ਜੀ ਨਹੀਂ, ਮੈਂ ਤਾਂ ਦੁਨਿਆਵੀ ਮੋਹ ਮਮਤਾ ਤੋਂ ਦੂਰ ਹੋ ਗਿਆ ਜੀ। ਕਈ ਵਾਰ ਹੁੰਦਾ, ਕਈ ਬੰਦੇ ਤਿਆਗੀ ਵੀ ਅਖਵਾਉਂਦੇ, ਨਹੀਂ ਜੀ ਸਾਡਾ ਕੀ ਹੈ ਜੀ, ਅਸੀਂ ਤੇ ਸਭ ਕੁਝ ਜਿਹੜਾ ਘਰ ਬਾਹਰ ਛੱਡ ਆਏ ਜੀ। ਪਰ ਘਰ ਬਾਹਰ ਤੇ ਛੱਡ ਦਿੱਤਾ, ਅਸੀਂ ਫਰਜ਼ਾਂ ਤੋਂ ਤੇ ਭੱਜ ਗਏ, ਘਰ ਵਾਲੀ ਬੱਚੇ ਤੇ ਛੱਡ ਦਿੱਤੇ ਕਿਉਂਕਿ ਹੁਣ ਕੰਮ ਕਰਕੇ ਰੋਟੀ ਖਵਾਉਣੀ ਪੈਣੀ ਸੀ। ਇਹ ਤੇ ਅਸੀਂ ਛੱਡ ਦਿੱਤਾ, ਲੋਕਾਂ ਨੂੰ ਵਿਖਾਉਣ ਲੱਗ ਪਏ ਕਿ ਮੈਂ ਘਰ ਵੀ ਤਿਆਗਤਾ ਜੀ, ਮੈਂ ਜ਼ਮੀਨ ਵੀ ਤਿਆਗਤੀ ਜੀ। ਪਰ ਦੂਜੇ ਬੰਨੇ ਅਸੀਂ ਇੱਕ ਵੱਖਰੀ ਆਪਣੀ ਸੰਪਰਦਾ ਬਣਾ ਕੇ ਬੈਠ ਗਏ, ਡੇਰਾ ਬਣਾ ਕੇ ਬੈਠ ਗਏ, ਉਹਦੀ ਪ੍ਰਾਪਰਟੀ ਇਕੱਠੀ ਕਰਨ ਲੱਗ ਪਏ। ਆਹ ਘਰ ਜਿਹੜਾ ਹੈ ਵੀ ਲਾਗੋਂ ਚਲੇ ਜਾਵੇ, ਇਹਦਾ ਘਰ ਵੀ ਸਾਡੇ ਡੇਰੇ ਨਾਲ ਮਿਲ ਜਾਵੇ, ਮੇਰੇ ਵੱਧ ਤੋਂ ਵੱਧ ਚੇਲੇ ਚਾਟੜੇ ਬਣ ਜਾਣ। ਅੰਦਰ ਤੇ ਸਾਡੇ ਵਿਰਕਤਪੁਣਾ ਆਇਆ ਹੀ ਨਹੀਂ, ਤਿਆਗਪੁਣਾ ਆਇਆ ਹੀ ਨਹੀਂ। ਅੰਦਰੋਂ ਤੇ ਸਗੋਂ ਅਸੀਂ ਹੋਰ ਲੋਭੀ ਹੋ ਗਏ ਆ, ਲਾਲਚੀ ਹੋ ਗਏ ਆ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਨੇ,
ਹਿਰਦੈ ਕਮਲ ਘਟ ਬ੍ਰਾਹਮਣਾ ਚੀਨਾ, ਕਾਹੇ ਭਇਆ ਸੰਨਿਆਸੀ। ਤੇਰਾ ਹਿਰਦਾ ਰੂਪੀ ਕਮਲ ਦਾ ਫੁੱਲ ਜਿਹੜਾ ਹੈ, ਉਸ ਨੂੰ ਤਾਂ ਕਦੀ ਵੇਖਿਆ ਹੀ ਨਹੀਂ। ਉਹ ਤੇ ਚਿੰਤਾਵਾਂ, ਝੋਰੇ, ਪਰੇਸ਼ਾਨੀਆਂ ਦੇ ਵਿੱਚ ਮੁਰਝਾਇਆ ਹੋਇਆ ਹੈ। ਉਸ ਹਿਰਦੇ ਨੂੰ ਤੇ ਕਦੀ ਤੂੰ ਖਿੜਨ ਦਾ ਮੌਕਾ ਹੀ ਨਹੀਂ ਦਿੱਤਾ। ਉਹਦੇ ਅੰਦਰ ਤੇ ਕਦੀ ਵਿਗਾਸ ਆਇਆ ਹੀ ਨਹੀਂ ਜਦੋਂ ਕਿ ਆਉਣਾ ਚਾਹੀਦਾ ਸੀ। ਹਿਰਦੇ ਕਮਲ ਘਟ ਬ੍ਰਾਹਮਣਾ ਚੀਨਾ, ਜਿਸ ਹਿਰਦੇ ਘਰ ਵਿੱਚ ਪ੍ਰਭੂ ਪਿਆਰੇ ਦੀ ਯਾਦ ਵਸਣੀ ਸੀ ਔਰ ਹਿਰਦਾ ਰੂਪੀ ਕਮਲ ਖਿੜਨਾ ਸੀ, ਆਨੰਦ ਬਣਨਾ ਸੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਉਸ ਪਾਸੇ ਨੂੰ ਤਾਂ ਤੂੰ ਖਿਆਲ ਹੀ ਨਹੀਂ ਦਿੱਤਾ। ਭਾਈ ਕਾਦੇ ਵਾਸਤੇ ਕਹਿ ਰਿਹਾ ਕਿ ਮੈਂ ਹੁਣ ਸੰਨਿਆਸੀ ਹੋ ਗਿਆ ਜੀ, ਮੈਂ ਵਿਰਕਤ ਹੋ ਗਿਆ ਜੀ, ਮੈਂ ਹੁਣ ਸਭ ਕੁਝ ਤਿਆਗ ਦਿੱਤਾ ਹੈ ਜੀ। ਇਹ ਤੂੰ ਕੇਵਲ ਤੇ ਕੇਵਲ ਲੋਕਾਂ ਨੂੰ ਵਿਖਾਵਾ ਕਰ ਰਿਹਾ। ਇਸ ਤਰ੍ਹਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ। ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਬਤ ਜਦੋਂ ਅਸੀਂ ਪੜ੍ਹਨ, ਸੁਣਨ, ਸਮਝਣ ਦੀ ਕੋਸ਼ਿਸ਼ ਕਰਦੇ ਤੇ ਪਹਿਲੀ ਘਟਨਾ ਹੀ ਆਪਾਂ ਸਾਂਝੀ ਕਰ ਲਈਏ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਨੇਊ ਦੀ ਰਸਮ ਹੋਣ ਲੱਗੀ, ਸਭ ਕੁਝ ਰਸਤਾਂ ਬਸਤਾਂ ਆ ਗਈਆਂ, ਰਿਸ਼ਤੇਦਾਰ ਭੈਣ ਭਰਾ ਆ ਗਏ, ਸਾਰੇ ਬੈਠੇ ਹੋਏ ਸੀ, ਪੰਡਤ ਹਰਦਿਆਲ ਜੀ ਵੀ ਆ ਗਏ। ਤੇ ਜਿਹੜੀ ਰਵਾਇਤ ਬਣੀ ਹੋਈ ਸੀ ਪਰੰਪਰਾ, ਉਹਦੇ ਮੁਤਾਬਕ ਜਦੋਂ ਜਨੇਊ ਪਾਉਣ ਲੱਗੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੰਡਤ ਜੀ ਨੂੰ ਕਹਿਣ ਲੱਗੇ, ਠੀਕ ਹੈ, ਪਰ ਮੈਨੂੰ ਇਹ ਦੱਸਿਆ ਜਾਵੇ ਇਹ ਜਨੇਊ ਪਾਉਣਾ ਕਿਉਂ ਹੈ। ਕਹਿੰਦੇ ਜੀ ਇਹ ਜਨੇਊ ਜਿਹੜਾ ਹੈ ਇਹ ਉੱਚੀ ਕੁਲ ਦਾ ਚਿੰਨ੍ਹ ਹੁੰਦਾ ਹੈ, ਇਹ ਪਾਉਣ ਨਾਲ ਬੰਦਾ ਧਰਮੀ ਹੋ ਜਾਂਦਾ ਹੈ, ਇਹ ਧਰਮੀ ਦਰਸਾਉਂਦਾ ਹੈ। ਕਹਿੰਦੇ ਜਨੇਊ ਪਾਉਣ ਦਾ ਸਾਰਿਆਂ ਨੂੰ ਅਧਿਕਾਰ ਹੈ। ਚੁੱਪ ਸੀ। ਕਹਿੰਦੇ ਹਾਂ। ਕਹਿਣ ਲੱਗੇ ਫਿਰ ਸਭ ਤੋਂ ਪਹਿਲਾਂ ਮੇਰੀ ਭੈਣ ਨੂੰ ਵੀ ਪਾ ਦਿਓ, ਕਿਉਂਕਿ ਜਨੇਊ ਔਰਤ ਨੂੰ ਨਹੀਂ ਪਾਇਆ ਜਾਂਦਾ। ਇਹ ਪਹਿਲੀ ਸੱਟ ਸੀ। ਫਿਰ ਦੂਸਰੀ ਗੱਲ ਉਹਨਾਂ ਦੀ ਇਹ ਸੀ ਕਿ ਜਨੇਊ ਪਾਉਣ ਨਾਲ ਧਰਮੀ ਹੋ ਜਾਈਦਾ ਜੀ, ਜੇ ਹੋ ਜਾਈਦਾ ਹੈ ਫਿਰ ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਮੁਖ ਦਾੜੀ। ਬੰਦਾ ਬਾਹਰੀ ਤਣ ਦੇ ਉੱਪਰ ਤੇ ਜਨੇਊ ਪਾਲੂਗਾ, ਪਰ ਇਹ ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਸਾਡੀਆਂ ਨਾੜੀਆਂ ਜਿਹੜੀਆਂ ਨੇ, ਜੋ ਵਿਸ਼ਿਆਂ ਵਿਕਾਰਾਂ ਦੀਆਂ ਜਿਹੜੀਆਂ ਖਹਿਸ਼ਾਂ ਵਾਸ਼ਨਾਵਾਂ ਚ ਰੁੱਝੀਆਂ ਹੋਈਆਂ ਨੇ, ਉਹਨਾਂ ਦਾ ਅਸੀਂ ਕੀ ਕਰਾਂਗੇ। ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਹੱਥੀ, ਵੇ ਤੱਗਾ ਆਪ ਵੱਤੇ ਵਟ ਧੱਗਾ, ਧਾਗਾ ਅਵਰਾਂ ਕੱਤੇ, ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦੱਸੇ ਰਾਹ। ਸੁਣ ਲੋਕਾ ਵੇਖੋ ਇਹ ਵਡਾਣ ਮਨ ਅੰਦਰ ਨਾਉ ਸਜਾਣ। ਇਹ ਪਹਿਲੀ ਸੱਟ ਸੀ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਬਾਹਰੀ ਤੌਰ ਤੇ ਤਾਂ ਸਭ ਕੁਛ ਹੈ। ਹੁਣ ਬਾਬਾ ਮਹਿਤਾ ਕਾਲੂ ਜੀ ਵੀ ਖਫੇ ਹੋਏ, ਪੰਡਤ ਹਰਦਿਆਲ ਜੀ, ਹੋਰ ਵੀ ਜਿਹੜੇ, ਨਾਨਕ ਤੂੰ ਕਿਧਰੋਂ ਸਾਡਾ ਪਿਓ ਜੰਮ ਪਿਆ ਘਰ ਚ, ਅਸੀਂ ਤੈਨੂੰ ਸਮਝਾ ਰਹੇ, ਤੂੰ ਸਮਝਦਾ ਹੀ ਨਹੀਂ, ਤੂੰ ਕਿਉਂ ਨਹੀਂ ਜਨੇਊ ਪਾਉਂਦਾ। ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮੈਂ ਇਨਕਾਰੀ ਨਹੀਂ ਹਾਂ, ਮੈਂ ਚਾਹੁੰਦਾ ਮੈਨੂੰ ਜਨੇਊ ਪਾਓ, ਪਰ ਜਨੇਊ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ। ਕਹਿਣ ਲੱਗੇ ਫਿਰ ਤੂੰ ਇਹ ਦੱਸ ਦੇ। ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ। ਮੈਂ ਕੋਈ ਇਨਕਾਰੀ ਥੋੜਾ ਹਾਂ। ਅਸੀਂ ਵਿਖਾਵਾ ਨਹੀਂ ਕਰਨਾ ਬਾਹਰੀ ਤੌਰ ਤੇ, ਔਰ ਇਹ ਜਿਹੜਾ ਬਾਹਰੀ ਤੌਰ ਤੇ ਕੀਤਾ ਜਾਂਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਜਿਸ ਵੇਲੇ ਪਹਿਲੀ ਉਦਾਸੀ ਕਰਦੇ ਨੇ ਤੇ ਪਹਿਲੇ ਸਥਾਨ ਹਰਿਦੁਆਰ ਨੂੰ ਚੁਣਦੇ ਨੇ, ਜਦੋਂ ਪੱਛਮ ਦੀ ਬਾਈ ਨੂੰ ਜਲ ਝਲਟਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਨੂੰ ਬਾਹਰੀ ਤੌਰ ਤੇ ਇਹ ਕਰਮ ਕਾਂਡਾਂ ਨੂੰ ਛੱਡ ਕੇ ਉਸ ਪ੍ਰਭੂ ਪਿਆਰੇ ਦੀ ਪ੍ਰੇਮ ਮੁਹੱਬਤ ਦੇ ਪਾਤਰ ਬਣਨ ਦੀ ਜ਼ਰੂਰਤ ਹੈ। ਬਾਹਰੀ ਤੌਰ ਤੇ ਬੰਦਾ ਲੱਗਿਆ ਹੋਇਆ ਹੈ, ਅਸੀਂ ਵਿਖਾਵੇ ਦੇ ਕਾਰਜਾਂ 'ਚ। ਇੱਕ ਹੋਰ ਮੈਂ ਆਪ ਜੀ ਨਾਲ ਸਾਂਝ ਕਰਾਂ, ਜਪਜੀ ਸਾਹਿਬ ਦੀ ਬਾਣੀ ਦੇ ਤੁਸੀਂ ਦਰਸ਼ਨ ਕਰਦੇ ਹੋ, ਸਭ ਤੋਂ ਪਹਿਲਾਂ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ, ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ। ਵੈਸੇ ਇਹਦਾ ਨਾਮ ਮੂਲ ਮੰਤਰ ਨਹੀਂ ਲਿਖਿਆ ਹੋਇਆ, ਪਰ ਆਪਾਂ ਜੋ ਗੁਰਬਾਣੀ ਦੇ ਅੰਦਰ ਪੜ੍ਹਿਆ ਉਸ ਦੇ ਮੁਤਾਬਕ ਇਸ ਤਰ੍ਹਾਂ ਦੀ ਸਾਂਝ ਰੱਖਦੇ। ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ, ਇਹ ਜਿਹੜਾ ਮੂਲ ਮੰਤਰ ਹੈ, ਵਾਹਿਗੁਰੂ ਅਕਾਲ ਪੁਰਖ ਜੀ ਦੀ ਹੋਂਦ ਔਰ ਉਸ ਦੇ ਗੁਣਾਂ ਨੂੰ ਬਿਆਨ ਕਰਦਾ ਹੈ। ਉਸ ਤੋਂ ਅੱਗੇ ਚੱਲ ਕੇ ਸਤਿਗੁਰੂ ਜਪ ਬਾਣੀ ਦਾ ਨਾਂ ਹੈ, ਜਿਹਨੂੰ ਆਪਾਂ ਜੀ ਵੀ ਕੋਲੋਂ ਲਾਉਣੇ ਤੇ ਸਾਹਿਬ ਵੀ ਕੋਲੋਂ ਲਾਉਣੇ, ਜਪਜੀ ਸਾਹਿਬ। ਫਿਰ ਸਤਿਗੁਰੂ ਜੀ ਸ਼ਲੋਕ ਲਿਖਦੇ ਨੇ, ਇੱਕ ਓੰਕਾਰ ਦੀ ਵਡਿਆਈ ਕਰਦੇ ਆ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਪੀ ਸੱਚ। ਪਹਿਲੀ ਤਾਂ ਗੱਲ, ਉਹ ਮੂਲ ਮੰਤਰ ਦੇ ਅੰਦਰ ਹੀ ਸਾਰੇ ਭਰਮ ਭੁਲੇਖੇ ਦੂਰ ਕਰ ਦਿੰਦੇ ਨੇ।
ਫਿਰ ਹੋਰ ਬੜੇ ਸੌਖੇ ਢੰਗ ਨਾਲ ਸਮਝਾਉਂਦੇ। ਪਹਿਲੀ ਪੌੜੀ ਪੜ੍ਹ ਲਈਏ ਜਪਜੀ ਸਾਹਿਬ ਜੀ ਦੀ। ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪਣਾ ਹੋਵਈ ਜੇ ਲਾਏ ਰਾਹਾਂ ਲਿਵਤਾਰ, ਭੁੱਖਿਆਂ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਵੇ ਤਾਂ ਏਕਣਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਇਹ ਬਾਹਰੀ ਕਿੰਨੀ ਕੁ ਸੁਚਮਤਾ ਰੱਖ ਲੇਗਾ ਤੂੰ। ਬਾਹਰੀ ਸੁਚਮਤਾ ਰੱਖਣ ਦੇ ਨਾਲ ਅੰਦਰਲੀ ਸੁਚਮਤਾ ਨਹੀਂ ਬਣਦੀ। ਬਾਹਰੀ ਤੌਰ ਤੇ ਜੇ ਅਸੀਂ ਕਹੀਏ ਕਿ ਮੈਂ ਹੁਣ ਚੁੱਪ ਹੋ ਗਿਆ, ਅਸੀਂ ਮੂੰਹ ਤੇ ਬੰਦ ਕਰ ਲਾਂਗੇ, ਪਰ ਜਿਹੜੇ ਸਾਡੇ ਮਨ ਦੇ ਅੰਦਰ ਫੁਰਨੇ ਉੱਠ ਰਹੇ ਨੇ ਉਹਦਾ ਅਸੀਂ ਕੀ ਕਰਾਂਗੇ? ਭੁੱਖ ਲੱਗੀ ਹੈ, ਕੁਝ ਨਾ ਕੁਝ ਅਸੀਂ ਜਲ ਪਾਣੀ ਛਕ ਲਾਂਗੇ, ਕੋਈ ਟੇਸਟੀ ਪਦਾਰਥ ਛਕ ਲਾਂਗੇ, ਪੇਟ ਦੀ ਭੁੱਖ ਤਾਂ ਦੂਰ ਹੋ ਜਾਏਗੀ, ਪਰ ਜਿਹੜੀ ਤੇਰੀ ਨੀਤ ਦੇ ਅੰਦਰ ਭੁੱਖ ਹੈ ਇਹਦਾ ਕੀ ਕਰੇਗਾ? ਬਿਨਾਂ ਸੰਤੋਖ ਨਹੀਂ ਕੋ ਰਾਜੇ। ਇਹ ਤੇ ਮਾਲਕ ਕਿਰਪਾ ਕਰੇ ਤੇ ਫਿਰ ਨੀਤ ਰੱਜ ਸਕਦੀ ਹੈ। ਸਿਆਣੇ ਹੋਣਾ ਕੋਈ ਮਾੜੀ ਗੱਲ ਥੋੜਾ, ਸਿਆਣੇ ਹੋਣਾ ਚਾਹੀਦਾ। ਪਰ ਅਸੀਂ ਆਪਣੇ ਆਪ ਨੂੰ ਜਦੋਂ ਚਲਾਕ ਜੇ ਸਮਝਣ ਲੱਗ ਪੈਨੇ, ਚਾਤਰ ਜੇ, ਕਿ ਮੇਰੇ ਵਰਗਾ ਕੋਈ ਚੁਸਤ ਚਲਾਕ ਨਹੀਂ, ਇੱਥੇ ਆਣ ਕੇ ਕੰਮ ਖਰਾਬ ਹੋ ਜਾਂਦਾ। ਕਹਿੰਦੇ ਇਹ ਬੰਦਿਆ ਜਿੰਨਾ ਕੁਝ ਤੂੰ ਵਿਖਾਵੇ ਵਾਸਤੇ ਕਰ ਰਿਹਾ ਹੈ, ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ ਹੈ। ਇਸ ਵਾਸਤੇ ਚੰਗੀ ਗੱਲ ਹੈ ਤੂੰ ਆਪਣੇ ਮਨ ਨੂੰ ਸਵਾਰ, ਆਪਣੇ ਮਨ ਨੂੰ ਸੁਧਾਰ, ਆਪਣੇ ਮਨ ਨੂੰ ਸ਼ੁਭ ਗੁਣਾਂ ਨਾਲ ਸ਼ਿੰਗਾਰ। ਇਹ ਪਾਵਨ ਪੰਕਤੀਆਂ ਆਪ ਦੀ ਨਜ਼ਰ ਕਰਕੇ ਅੱਗੇ ਚੱਲਦਾ ਹਾਂ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦੈ ਕਮਲ ਘਟ ਬ੍ਰਾਹਮਣਾ ਚੀਨਾ, ਕਾਹੇ ਭਇਆ ਸੰਨਿਆਸੀ, ਭਰਮੇ ਭੁੱਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਓ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਕਹਿੰਦੇ ਹੁਣ ਤੂੰ ਇਹ ਕਰ ਲਿਆ ਕਿ ਅਸੀਂ ਤੇ ਵਿਰਕਤ ਹੋ ਗਏ ਹਾਂ, ਸਾਧੂ ਹੋ ਗਏ ਹਾਂ ਜੀ, ਫਿਰ ਤੂੰ ਘਰ ਘਰ ਦੇ ਵਿੱਚ ਮੰਗਣ ਵਾਸਤੇ ਜਾਂਦਾ, ਲੋਕਾਂ ਦੇ ਘਰਾਂ ਤੋਂ ਗਜ਼ਾ ਕਰਕੇ ਰੋਟੀ ਤੂੰ ਖਾਣਾ, ਢਿੱਡ ਭਰਦਾ ਹੈ। ਚੰਗੀ ਗੱਲ ਸੀ ਤੂੰ ਆਪ ਮਿਹਨਤ ਕਰਦਾ, ਤੂੰ ਗ੍ਰਸਤ ਵਿੱਚ ਪ੍ਰਵੇਸ਼ ਕਰਦਾ, ਤੇਰੇ ਘਰ ਚੁੱਲ੍ਹਾ ਤਪਦਾ, ਕੋਈ ਤਿੱਥੀ ਵੀ ਤੇਰੇ ਘਰੋਂ ਆਣ ਕੇ ਪ੍ਰਸ਼ਾਦਾ ਛਕ ਜਾਂਦਾ। ਪਰ ਤੂੰ ਤਰ੍ਹਾਂ ਤਰ੍ਹਾਂ ਦੇ ਚਸਕਿਆਂ ਸਵਾਦਾਂ 'ਚ ਪੈ ਗਿਆ ਕਿ ਆਪਾਂ ਨੂੰ ਹੱਥ ਲੂਣ ਦੀ ਕੀ ਲੋੜ ਹੈ, ਆਪਾਂ ਨੂੰ ਮਿਹਨਤ ਕਰਨ ਦੀ ਕੀ ਲੋੜ ਹੈ। ਇਸ ਵਾਸਤੇ ਤੇਰੀ ਆਦਤ ਬਣ ਗਈ ਹੈ। ਤੂੰ ਘਰ ਘਰ ਗਿਆ, ਘਰਾਂ ਘਰਾਂ ਤੋਂ ਮੰਗ ਕੇ ਖਾਦਾ, ਢਿੱਡ ਭਰ ਲਿਆ, ਤ੍ਰਿਗ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਤੁਸੀਂ ਵੇਖਿਆ ਹੋਣਾ ਜਿੰਨਾ ਢਿੱਡ ਵੱਡਾ ਹੋਵੇ ਉਨਾ ਹੀ ਬਾਬਾ ਵੱਡਾ ਹੁੰਦਾ। ਪਹਿਚਾਣ ਹੀ ਅੱਜ ਕੱਲ੍ਹ ਬਾਬੇ ਦੀ ਇਹ ਰਹਿ ਗਈ ਹੈ, ਕਿਉਂਕਿ ਕਰਨਾ ਕੁਛ ਨਹੀਂ ਹੈ, ਮੰਗ ਖਾਵਣਾ, ਕਾਮਣਾ ਕਾਜ ਕਰਨਾ, ਰੋਹ ਉਲਟਾ ਲੋਕਾਂ ਤੇ ਪਾਵਣਾ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤ੍ਰਿਗ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਤੂੰ ਕੇਵਲ ਢਿੱਡ ਭਰਨ ਤੱਕ ਰਹਿ ਗਿਆ ਕਿ ਆਪਾਂ ਨੂੰ ਮਿਹਨਤ ਕਰਨ ਦੀ ਕੀ ਲੋੜ ਹੈ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ, ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ। ਪਰ ਅੱਜ ਜਿਨ੍ਹਾਂ ਨੂੰ ਮੁਫਤ ਮਲ ਸਭ ਕੁਝ ਮਿਲਦਾ, ਉਹਨਾਂ ਨੂੰ ਕਿਰਤ ਵਿਰਤ ਕਰਨ ਦੀ ਕੀ ਲੋੜ ਸੀ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਧਰਮ ਪ੍ਰਚਾਰ ਦੇ ਵੱਡੇ ਦੌਰਿਆਂ ਤੋਂ ਬਾਅਦ ਕਰਤਾਰਪੁਰ ਵਸਾ ਕੇ ਆਪ ਖੇਤੀ ਕੀਤੀ ਸੀ, ਆਪ ਮਿਹਨਤ ਕੀਤੀ ਸੀ। ਉਹਨਾਂ ਨੇ ਇਕੱਲੇ ਉਪਦੇਸ਼ ਹੀ ਨਹੀਂ ਦਿੱਤੇ। ਘਾਲ ਖਾਏ ਕਿਛ ਹੱਥੋਂ ਦੇ ਨਾਨਕਰਾ ਪਛਾਣੇ ਸੇ। ਉਹਨਾਂ ਨੇ ਸਾਨੂੰ ਸਾਡੇ ਮਾਰਗਦਰਸ਼ਨ ਬਣਦਿਆਂ ਹੋਇਆਂ, ਸਾਨੂੰ ਇਹ ਪ੍ਰੇਰਨਾ ਦਿੰਦਿਆਂ ਹੋਇਆਂ ਇਹ ਗੱਲ ਸਮਝਾਈ ਸੀ। ਕਹਿੰਦੇ ਤੂੰ ਘਰਾਂ ਤੋਂ ਮੰਗ ਕੇ ਖਾ ਲਿਆ, ਕੱਲਾ ਪੇਟ ਵਧਾ ਲਿਆ, ਖਿੰਥਾ ਮੁੰਦਾ ਮਾਇਆ, ਇਹਨਾਂ ਚੱਕਰਾਂ ਦੇ ਵਿੱਚ ਹੀ ਪਿਆ ਰਿਹਾ ਕਿ ਮੈਂ ਗੋਦੜੀ ਪਹਿਨੀ ਹੋਈ ਹੈ, ਮੈਂ ਮੁੰਦਰਾਂ ਪਾਈਆਂ ਹੋਈਆਂ ਨੇ, ਤੂੰ ਮਾਇਆਵੀ ਮੋਹ ਦੇ ਵਿੱਚ ਬੁਰੀ ਤਰ੍ਹਾਂ ਗਲਤਾਨ ਹੋ ਗਿਆ। ਹੁਣ ਦੇਖੋ ਇੱਥੇ ਕੱਲਾ ਅਸੀਂ ਜੋਗੀਆਂ ਨੂੰ ਟਾਰਗੇਟ ਨਹੀਂ ਕਰਨਾ, ਕਿਸੇ ਇੱਕ ਮਤ ਨੂੰ ਨਹੀਂ, ਦੁਨੀਆ ਦਾ ਕੋਈ ਵੀ ਵਿਅਕਤੀ ਜਿਹੜਾ ਆਪਣੇ ਮਨ ਦੇ ਅੰਦਰ ਭਰਮ ਪਾਲੀ ਬੈਠਾ ਹੈ ਕਿ ਮੈਂ ਬੜਾ ਵੱਡਾ ਧਾਰਮਿਕ ਹਾਂ, ਉਹ ਬਾਹਰਲੇ ਵਿਖਾਵੇ ਦੇ ਕਰਮਾਂ ਵਿੱਚ ਲੱਗਿਆ ਹੋਇਆ ਲੋਕਾਂ ਨੂੰ ਭਟਕਾ ਰਿਹਾ ਹੈ, ਭਰਮਾ ਰਿਹਾ ਹੈ। ਇਹ ਸਾਰੇ ਦਾ ਸਾਰਾ ਪਖੰਡ ਹੈ, ਵਿਖਾਵਾ ਹੈ। ਤੂੰ ਇਹ ਤੇ ਦਰਸਾ ਦਿੱਤਾ ਕਿ ਭੂਮ ਮਸਾਨ ਕੀ ਭਸਮ ਲਗਾਈ, ਗੁਰਬਿਨ ਤਤ ਨਾ ਪਾਇਆ। ਤੂੰ ਮੜੀਆਂ ਦੇ ਵਿੱਚ ਗਿਆ, ਸ਼ਮਸ਼ਾਨ ਭੂਮੀ 'ਚ ਗਿਆ ਤੇ ਉੱਥੋਂ ਕਿਸੇ ਮੁਰਦੇ ਦੀ ਜਿਹੜੀ ਖਾਕ ਸੀ, ਸਵਾਹ ਜਿਹੜੀ ਸੀ, ਉਹ ਆਪਣੇ ਪਿੰਡੇ ਤੇ ਮਲ ਲਈ। ਗੱਲ ਤੇ ਸੀ ਕਿ ਤੈਨੂੰ ਇਹ ਪਤਾ ਲੱਗਦਾ ਕਿ ਮੈਂ ਇੱਕ ਦਿਨ ਸਵਾਹ ਹੋ ਜਾਣਾ ਹੈ, ਮੈਂ ਕਿਹੜੀਆਂ ਦਾਅਵੇਦਾਰੀਆਂ ਕਰਦਾ। ਜੇ ਸ਼ਿਵ ਜੀ ਨੇ ਤਨ ਦੇ ਉੱਪਰ ਖਾਕ ਮਲੀ ਨਾ, ਤਾਂ ਉਹਦਾ ਇੱਕ ਮਤਲਬ ਸੀ
ਕਿ ਸਰੀਰ ਇੱਕ ਦਿਨ ਮਿੱਟੀ ਹੋ ਜਾਣਾ ਸੀ, ਸਵਾਹ ਦੀ ਢੇਰੀਆਂ ਉਧਰ ਸੌਂਦਾ ਸੀ। ਪਰ ਅਸੀਂ ਬਹੁਤਿਆਂ ਦੇ ਇਹ ਗੱਲ ਸਮਝ ਲਈ ਕਿ ਸ਼ਾਇਦ ਪਿੰਡੇ ਤੇ ਸਵਾਹ ਮਲ ਦੇ ਨਾਲ ਰੱਬ ਖੁਸ਼ ਹੋ ਜਾਂਦਾ ਹੈ, ਬਾਹਰਲੀ ਕਰਮ ਕਾਂਡਾਂ ਵਿੱਚ ਪੈ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਨੇ ਜਿਹੜੇ ਆਪਾਂ ਕਈ ਵਾਰ ਸਾਂਝੇ ਕੀਤੇ ਨੇ, ਫੂਕ ਮਲ ਹਾਰੀ ਗਜ ਗਤ ਹਾਵੇ ਭੂਤ ਤਾਰੀ ਗਿਦੂਆ ਮਸਾਨ ਬਾਸ ਕਰਿਓ ਹੀ ਕਰਤਾ ਹੈ। ਘੁੱਗੂ ਮੱਟ ਬਾਸੀ ਲੱਗੇ ਡੋਲ ਤੋਂ ਉਦਾਸੀ ਮਿਰਗ ਤਰਵਰ ਸਦੀ ਮੋਣ ਸਾਦੇ ਹੀ ਮਰਤ ਹੈ। ਇੱਕ ਬਿੰਦ ਕੇ ਸਦਈਆ ਤਹ ਹੀਜ ਕੀ ਬਡਈਆ ਦੇਤ ਬੰਦਰਾ ਸਦੀਮ पाए नांगे ही फिरता है। एक अंगना अधीन काम क्रोध में प्रवीण एक नाम के बहीन शीन कैसे के तरत है। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਐਸੇ ਅੰਮ੍ਰਿਤ ਬੋਲਾਂ ਨੂੰ ਪੜ੍ਹਦੇ ਹਾਂ ਤਾਂ ਬੜੇ ਸਪਸ਼ਟ ਜਿਹੇ ਰੂਪ ਦੇ ਵਿੱਚ ਇਹਨਾਂ ਪਖੰਡਾਂ ਦਾ ਖੰਡਨ ਕਰਦੇ ਨੇ। ਕਹਿੰਦੇ ਜੇ ਤੂੰ ਆਖੇ ਮੈਂ ਪਿੰਡੇ ਦੇ ਉੱਤੇ ਸਵਾਹ ਮਲ ਲਈ ਹੈ ਤੇ ਮੈਂ ਬੜਾ ਧਾਰਮਿਕ ਹੋ ਗਿਆ, ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਹੁੰਦਾ। ਜੇ ਤੂੰ ਆਖੇ ਮੈਂ ਚੰਗਾ ਖਾਂਦਾ ਹੰਡਾਉਂਦਾ ਨਹੀਂ ਜੀ ਨਹੀਂ, ਸਾਦਾ ਨੂੰ ਕੀ ਸਵਾਦਾ ਨਾ। ਪਹਿਲੀ ਤਾਂ ਗੱਲ ਵੈਸੇ ਸਵਾਦ ਵੀ ਜ਼ਿਆਦਾ ਸਾਧ ਹੀ ਲਾਉਂਦੇ ਨੇ, ਬਾਬੇ ਹੀ ਲਾਉਂਦੇ ਨੇ। ਤੇ ਜੋ ਗੱਲ ਕਹਿ ਵੀ ਦਿੰਦਾ ਕਿ ਸਾਧਾਂ ਨੂੰ ਕੀ ਸਵਾਦਾਂ ਦੇ ਨਾਲ ਜੋ ਮਿਲਿਆ ਉਹ ਖਾ ਲਿਆ, ਉਹ ਕਹਿੰਦੇ ਭਾਈ ਵੇਖੋ ਗੰਦ ਪਿੱਲ ਖਾਣ ਦੇ ਨਾਲ ਵੀ, ਭਾਵੇਂ ਕਿ ਇੱਥੇ ਘਗੋਰੀ ਮੱਤ ਵਾਲਿਆਂ ਨੂੰ ਇਹ ਗੱਲ ਸਮਝਾਈ ਗਈ ਹੋਵੇ ਕਿ ਹੁਣ ਸੂਰ ਜਿਹੜਾ ਉਹ ਖਾਂਦਾ ਹੀ ਗੰਦ ਹੈ। ਜੇ ਤੁਸੀਂ ਆਖੋ ਪਿੰਡੇ ਤੇ ਸਵਾਹ ਮਲ ਦੇ ਨਾਲ ਰੱਬ ਮਿਲਦਾ ਹੈ ਤੇ ਖੋਤਾ ਜਿੰਨੀ ਦੇਰ ਤੱਕ ਘੱਟੇ 'ਚ ਲੇਟ ਨਾ ਲਵੇ ਉਨੀ ਦੇਰ ਤੱਕ ਉਹ ਰਿਲੈਕਸ ਹੀ ਨਹੀਂ ਹੁੰਦਾ। ਹਾਥੀ ਨੂੰ ਕਿੰਨਾ ਅਸੀਂ ਪਾਣੀ ਦੇ ਵਿੱਚ ਮਲ ਮਲ ਕੇ ਨਵਾ ਲਈਏ, ਜਿੰਨੀ ਦੇਰ ਤੱਕ ਆਪਣੇ ਉੱਪਰ ਉਸ ਮਿੱਟੀ ਨਾ ਪਾ ਲਵੇ ਉਹਨੂੰ ਸਵਾਦ ਹੀ ਨਹੀਂ ਆਉਂਦਾ। ਇਸ ਵਾਸਤੇ ਫੂਕ ਮਲ ਹਾਰੀ ਗਜ ਗਦ ਹਾਵੇ ਭੂਤ ਤਾਰੀ ਗਿਦੂਆ ਮਸਾਨ ਬਾਸ ਕਰਿਓ ਹੀ ਕਰਤਾ ਹੈ। ਜਿਨ੍ਹਾਂ ਨੂੰ ਆਪਾਂ ਗਿੱਦੜ ਕਹਿ ਦਿੰਦੇ, ਕਹਿੰਦੇ ਉਹ ਵੀ ਤੇ ਮਸਾਣਾ 'ਚ ਹੀ ਰਹਿੰਦੇ। ਭੂਮ ਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ। ਅਸਲੀ ਗੱਲ ਇਹ ਹੈ ਕਿ ਗੁਰੂ ਦੇ ਬਿਨਾਂ ਜਿਹੜੀ ਹੈ ਸਾਨੂੰ ਤਤ ਅਸਲੀਅਤ ਦੀ ਸਮਝ ਨਹੀਂ ਪੈਂਦੀ। ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਗੁਰੂ ਸਾਨੂੰ ਗਿਆਨ ਦਿੰਦਾ ਹੈ। ਆ ਹੁਣ ਦੀਵਾਲੀ ਲੰਘ ਕੇ ਗਈ, ਮੇਰੇ ਖਿਆਲ ਸਾਡੇ ਚੋਂ ਬਹੁਤ ਸਾਰੇ ਭੈਣ ਭਰਾਵਾਂ ਨੇ ਦੀਵੇ ਬਾਲੇ ਹੋਣਗੇ, ਭਾਵੇਂ ਆਪਣੀ ਮਰਜ਼ੀ ਨਾਲ ਬਾਲੇ ਹੋਣ, ਚਾਹੇ ਅਸੀਂ ਕਿਸੇ ਦੇ ਕਹਿਣ ਤੇ ਬਾਲੇ ਹੋਣਗੇ। ਜਿੱਤੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਕੀੜਿਆਂ ਮਕੌੜਿਆਂ ਨੂੰ ਭਜਾਉਣ ਵਾਸਤੇ ਨੇ, ਮੁਬਾਰਕ ਹੈ। ਪਰ ਜੇ ਅਸੀਂ ਭਰਮ ਪਾਲ ਲਿਆ ਕਿ ਸਾਡੇ ਦੀਵੇ ਜਗਾਉਣ ਨਾਲ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਖੁਸ਼ੀ ਦੇ ਪਾਤਰ ਬਣ ਜਾਾਂਗੇ, ਆਹ ਸਾਡਾ ਭੁਲੇਖਾ ਹੈ, ਇਹ ਸਾਡਾ ਭਰਮ ਹੈ। ਜਿਹੜਾ ਦੀਵਾ ਗੁਰੂ ਨੇ ਕਿਹਾ ਉਹ ਤੇ ਅਸੀਂ ਜਗਾਉਂਦੇ ਨਹੀਂ। ਸਤਿਗੁਰ ਸ਼ਬਦ ਉਜ਼ਾਰੋ ਦੀਪਾ ਬਿਨ ਸਿਓ ਅੰਧਕਾਰ ਤਹਿ ਮੰਦਰ ਰਤਨ ਕੋਟੜੀ ਖੁੱਲੀ ਅਨੂਪਾ। ਉਹ ਤੇ ਦੀਵਾ ਅਸੀਂ ਆਪਣੇ ਅੰਦਰ ਜਗਾਉਂਦੇ ਹੀ ਨਹੀਂ, ਜਿਹਨੇ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰਨਾ ਸੀ। ਇਹ ਸਮਝ ਜਿਹੜੀ ਸਾਨੂੰ ਗੁਰੂ ਤੋਂ ਪੈਂਦੀ ਹੈ, ਗੁਰੂ ਮਤ ਦਿੰਦਾ ਹੈ। ਅੱਜ ਦਾ ਪ੍ਰਤੱਖ ਤੇ ਸਮਰੱਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੈ। ਸੱਚਮੁੱਚ ਤੁਹਾਡੇ ਮੇਰੇ ਵਿੱਚੋਂ ਆਪਾਂ ਦਾਅਵੇਦਾਰੀ ਬੜੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਹੈ, ਪਰ ਅਸੀਂ ਕਦੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਕਿੰਨਾ ਕੁ ਮੰਨਦੇ ਹਾਂ? ਅਸੀਂ ਕਹਿੰਦੇ ਨਹੀਂ ਜੀ ਨਹੀਂ। ਮੈਂ ਕਈ ਵਾਰ ਨਾ, ਹੁਣ ਲੰਮਾ ਸਮਾਂ ਹੋ ਗਿਆ ਬਾਬਾ ਬੁੱਢਾ ਜੀ ਦੇ ਘਰ ਸੇਵਾ ਕਰਦੇ ਆ, 30ਵਾਂ ਕੁ ਸਾਲ ਲੱਗ ਗਿਆ ਮੈਨੂੰ ਉੱਥੇ। ਤੇ ਕਈ ਵਾਰ ਜਦੋਂ ਕਥਾ ਕਰਦੀ ਨਾ, ਦੀਵਾਲੀ ਵਾਲਾ ਦਿਨ ਹੋਵੇ, ਤੇ ਮੈਂ ਬੇਨਤੀ ਕਰਦਾ ਹੁੰਦਾ ਵੀ ਦੀਵਾ ਹਨੇਰੇ ਨੂੰ ਦੂਰ ਕਰਨ ਵਾਸਤੇ ਜਗਾਇਆ ਜਾਂਦਾ ਹੈ। ਦੀਵਾ ਬਲੇ ਅੰਧੇਰਾ ਜਾਏ, ਇਹ ਹਨੇਰੇ ਨੂੰ ਦੂਰ ਕਰਨ ਵਾਸਤੇ ਦੀਵਾ ਬਾਲਿਆ ਜਾਂਦਾ। ਮੈਂ ਕਥਾ ਕਰਨ ਡਿਆ ਹੁੰਦਾ, ਬਾਹਰ ਸ਼ਰਧਾਵਾਨ ਲੋਕ ਦੁਪਹਿਰੇ ਦੀਵੇ ਜਗਾਉਣ ਡਿਆ ਹੁੰਦੇ। ਮੈਂ ਕਹਿੰਦਾ ਹੁੰਦਾ ਤੁਸੀਂ ਪੜ੍ਹੇ ਲਿਖੇ ਆਪਣੀ ਅਨਪੜ੍ਹਤਾ ਨੂੰ ਸਾਹਮਣੇ ਲਿਆ ਰਹੇ ਹੋ। ਆਪਣੇ ਬੱਚਿਆਂ ਨੂੰ ਤੁਸੀਂ ਕੀ ਸਮਝਾਓ? ਧੀਆਂ ਪੁੱਤਰਾਂ ਨੂੰ ਨਾਲ ਕਹਿੰਦਾ ਮੰਮੀ ਤੂੰ ਪਾਗਲ ਹੈ, ਪਾਪਾ ਤੂੰ ਪਾਗਲ ਹੈ, ਸੂਰਜ ਦਾ ਕਿੰਨਾ ਚਾਨਣ ਹੈ, ਤੂੰ ਹਾਲੇ ਵੀ ਦੀਵੇ ਜਗਾਈ ਜਾ ਰਿਹਾ। ਅਸੀਂ ਸਿਰਫ ਵਿਖਾਵਾਕਾਰੀ ਬਣ ਗਏ ਹਾਂ ਕਿ ਸਾਨੂੰ ਕੋਈ ਕਹਿ ਨਾ ਦਵੇ, ਅਸੀਂ ਲੋਕਾਂ ਵਿੱਚ ਵਾਵਾ ਖੱਟ ਲਈਏ। ਇਸ ਵਾਸਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਸ਼ਬਦ ਤੋਂ ਬਿਨਾਂ ਸਾਨੂੰ ਆਤਮਿਕ ਸੂਝ ਗਿਆਨ ਦੀ ਪ੍ਰਾਪਤੀ ਹਰਗਜ਼ ਨਹੀਂ ਹੋ ਸਕਦੀ। ਕਾਏ ਜਪੁਰੇ ਕਾਏ ਤਪੁਰੇ ਕਾਏ ਬਿਲੋਵੋ ਪਾਣੀ। ਅਸੀਂ ਸੁਣ ਸੁਣਾ ਕੇ ਮੇਰੇ ਵਰਗਾ ਕੋਈ ਜਪੀ ਨਹੀਂ ਜੀ, ਮੇਰੇ ਵਰਗਾ ਕੋਈ ਤਪ ਨਹੀਂ ਸਾਧਦਾ। ਨਾਮ ਜਪਣਾ ਮਾੜੀ ਗੱਲ ਨਹੀਂ। ਜਪ ਹੋਤਾ ਇੱਕੋ ਨਾਮਾ ਅਵਰ ਨਰਾਫਲ ਕਾਮਾ। ਨਾਮ ਜਪਣਾ ਮਾੜੀ ਗੱਲ ਨਹੀਂ, ਪਰ ਇਹ ਜਪ ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ ਹੋਣਾ ਚਾਹੀਦਾ। ਹਰ ਵੇਲੇ ਅਸੀਂ ਉਸ ਵਾਹਿਗੁਰੂ ਨੂੰ ਜਪੀਏ, ਐਵੇਂ ਨਾ ਹੋਵੇ ਮੁਖ ਮੇ ਰਾਮ ਬਗਲ ਮੇ ਛੁਰੀਆਂ, ਮੂੰਹ ਤਾਂ ਅਸੀਂ ਵਿਖਾਈ ਜਾਈਏ, ਹੋਣ ਸਾਡੇ ਹਿਲਦੇ ਹੋਣ, ਅਗਲਾ ਕਹੇ ਹਾਂ ਬੰਦਾ ਬੜਾ ਧਾਰਮਿਕ ਆ, ਅੰਦਰੋਂ ਅਸੀਂ ਦੂਜੇ ਦੀਆਂ ਪਿੜੀਆਂ ਵੱਢਦੇ ਹੋਈਏ। ਗੁਰੂ ਨਾਨਕ ਦੇ ਘਰ ਵਿੱਚ ਤਪ ਸਾਧਨੇ ਸਰੀਰ ਨੂੰ ਕਸ਼ਟ ਦੇਣਾ ਵਵਰਜਤ ਹੈ, ਕਿਉਂਕਿ ਅਸੀਂ ਪ੍ਰੇਮਾ ਭਗਤੀ ਦੇ ਪਾਤਰ ਬਣਨਾ ਹੈ। ਗੁਰੂ ਦੇ ਬਚਨਾਂ ਨੂੰ ਤੇ ਸੁਣਿਆ ਨਹੀਂ। ਭਗਤ ਲੋਚਨ ਜੀ ਕਹਿੰਦੇ ਕਾਏ ਜਪੋ ਰੇ
ਕਾਇਂ ਤਪੋ ਰੇ ਕਾਇਂ ਬਲੋਵੋ ਪਾਣੀ। ਭਾਈ ਤੁਸੀਂ ਕਾਦੇ ਵਾਸਤੇ ਪਾਣੀ ਰੜਕ ਰਹੇ ਹੋ? ਪਾਣੀ ਰੜਕਿਆ ਮੱਖਣ ਦੀ ਪ੍ਰਾਪਤੀ ਨਹੀਂ ਹੁੰਦੀ। ਲੱਖ 84 ਜਿਨ ਉਪਾਈ ਸੋ ਸਿਮਰੋ ਨਿਰਬਾਣੀ। ਜਿਸ ਨੇ ਇਹ 84 ਲੱਖ ਮਿਤੀ ਹੋਈ ਜੂਨ ਜਿਹੜੀ ਪੈਦਾ ਕੀਤੀ ਹੋਈ ਹੈ, ਉਸ ਵਾਸ਼ਨਾ ਰਹਿਤ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਜਪੋ, ਉਸ ਨੂੰ ਆਪਣੇ ਚਿੱਤੇ ਵਿੱਚ ਟਿਕਾਓ। ਉਹ ਸਾਰਿਆਂ ਵਿੱਚ ਰਮਿਆ ਹੋਇਆ ਹੈ, ਉਹ ਸਾਰਿਆਂ ਵਿੱਚ ਵਿਆਪਕ ਹੈ। ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ। ਤੂੰ ਇਸ ਕੁਦਰਤ ਦੇ ਵਿੱਚੋਂ ਕਾਦਰ ਨੂੰ ਦੇਖ। ਪਰ ਗੁਰਮੁਖੋ ਬਹੁਤੀ ਵਾਰੀ ਬੰਦੇ ਦੇ ਮਨ ਦੀ ਇਹ ਜਿਹੜੀ ਭਾਵਨਾ ਬਣੀ ਹੁੰਦੀ ਪਖੰਡ ਵਾਲੀ, ਕਿਉਂਕਿ ਸਮੇਂ ਦੇ ਅਨੁਸਾਰ ਸਮੇਂ ਵਿੱਚ ਰਹਿੰਦਿਆਂ ਹੋ ਆਪਾਂ ਵਿਚਾਰ ਕਰਦੇ ਹਾਂ। ਔਰੰਗਜ਼ੇਬ ਦੀ ਗੱਲ ਕਰ ਲਈਏ। ਕਹਿੰਦੇ ਇੱਕ ਵਾਰ ਔਰੰਗਜ਼ੇਬ ਜਿਹੜਾ ਸੀ ਉਹ ਬਲਖ ਦੇ ਵਿੱਚ ਜੰਗ ਲੜ ਲਿਆ ਸੀ, ਬੜੀ ਗਹਿ ਗੱਚ ਲੜਾਈ ਹੋ ਰਹੀ ਸੀ। ਉਧਰ ਦੁਪਹਿਰ ਦੀ ਨਮਾਜ਼ ਦਾ ਸਮਾਂ ਹੋ ਗਿਆ। ਔਰੰਗਜ਼ੇਬ ਆਪਣੇ ਹੱਥੀਂ ਕੁਰਾਨ ਮਜੀਦ ਲਿਖ ਕੇ ਵੀ ਜਿਹੜਾ ਸੀ ਉਹ ਵੇਚ ਕੇ ਉਹਦਾ ਗੁਜ਼ਾਰਾ, ਆਪਣੇ ਰੋਟੀ ਪਾਣੀ ਦਾ ਪ੍ਰਬੰਧ ਇਉਂ ਕਰਦਾ ਸੀ, ਭਾਵੇਂ ਕੋਈ ਦੇਸ਼ ਦਾ ਬਾਦਸ਼ਾਹ ਸੀ। ਹੁਣ ਵੇਖੋ ਉਹਦਾ ਵਿਖਾਵੇ ਦਾ ਕਾਰਜ ਕੀ ਹੈ, ਧਾਰਮਿਕ ਬੜਾ ਹੈ, ਪੂਰੀ ਜੰਗ ਜੋਬਨ ਤੇ ਹੈ। ਪਰ ਉਹਨੇ ਮੌਕਾ ਵੇਖਿਆ, ਨਮਾਜ਼ ਦਾ ਟਾਈਮ ਹੋ ਗਿਆ, ਘੋੜਾ ਇੱਕ ਸਾਈਡ ਤੇ ਕੀਤਾ, ਨਮਾਜ਼ ਪੜ੍ਹਨ ਲੱਗ ਪਿਆ। ਹੁਣ ਜਿਹੜਾ ਉਹਦਾ ਦੁਸ਼ਮਣ ਸੀ ਉਹਨੇ ਵੇਖਿਆ ਵੀ ਹੈ ਇਹ ਬੰਦਾ ਇੰਨੀ ਜੰਗ ਮੱਚੀ ਹੋਈ ਹੈ, ਵੱਡ ਫੱਟ ਚੱਲਣ ਲਈ ਹੈ, ਇਹ ਨਮਾਜ਼ ਪੜ੍ਹਨ ਲੱਗ ਪਿਆ। ਜੇ ਨਮਾਜ਼ ਪੜ੍ਹਦੇ ਬੰਦੇ ਨੂੰ ਮੈਂ ਮਾਰ ਦਿੱਤਾ ਤੇ ਮੈਂ ਤੇ ਦੋਜ਼ਖ ਦਾ ਭਾਗੀ ਹੋਵਾਂਗਾ, ਮੈਂ ਤੇ ਅੱਲਾ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੋਵਾਂਗਾ। ਉਹਨੇ ਉੱਥੇ ਲੜਾਈ ਬੰਦ ਕਰਤੀ। ਹੁਣ ਤੁਸੀਂ ਕਹੋਗੇ ਹੈ ਏਡਾ ਧਾਰਮਿਕ ਬੰਦਾ ਸੀ ਔਰੰਗਜ਼ੇਬ। ਤੇ ਜਦੋਂ ਅਸੀਂ ਉਹਦੇ ਦੂਜੇ ਕੰਮ ਨੂੰ ਵੇਖਦੇ ਹਾਂ, ਬਾਹਰੀ ਵਿਖਾਵਾ ਤੇ ਧਾਰਮਿਕਾਂ ਵਾਲਾ ਹੈ, ਅੰਦਰ ਕੀ ਹੈ ਉਹਦੇ? ਸਰਮੱਦ ਫਕੀਰ ਜਿਹਨੂੰ ਜਮਾ ਮਸਜਿਦ ਦੇ ਸਾਹਮਣੇ ਮਾਰ ਸੁੱਟਿਆ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹੜੇ ਸੱਚ ਦੀ ਗੱਲ ਹੀ ਕਰਦੇ ਸੀ ਨਾ, ਇਹ ਤੇ ਹਿੰਦੂ ਬ੍ਰਾਹਮਣਾਂ ਨੂੰ ਕਹਿੰਦਾ ਸੀ ਤੁਸੀਂ ਇਸਲਾਮ ਗ੍ਰਹਿਣ ਕਰ ਲਓ, ਤੇ ਪਰ ਉਹਨਾਂ ਦੇ ਵਾਸਤੇ ਸ਼ਹਾਦਤ ਦਾ ਜਾਮ ਪੀਣ ਵਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਤੇ ਨਹੀਂ ਸੀ ਕਹਿੰਦੇ ਕਿ ਮੈਂ ਤੁਹਾਡਾ ਧਰਮ ਬਚਾ ਦੂੰਗਾ, ਤੁਸੀਂ ਮੇਰੇ ਸਿੱਖ ਬਣ ਜਾਓ। ਇੱਕ ਵੀ ਲਫ਼ਜ਼ ਨਹੀਂ ਤੁਹਾਨੂੰ ਕਿਤੇ ਮਿਲੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚ ਦੀ ਗੱਲ ਹੀ ਕਰਦੇ ਸੀ ਨਾ। ਕਈ ਵਾਰ ਬੰਦਾ ਬਾਹਰੀ ਤੌਰ ਤੇ ਧਾਰਮਿਕ ਹੋਣ ਦਾ ਢੋਂਗ ਰਚਦਾ ਹੈ, ਪਰ ਅੰਦਰੋਂ ਧਾਰਮਿਕ ਨਹੀਂ ਹੁੰਦਾ। ਇਸ ਨਾਲ ਦੀ ਨਾਲ ਇੱਕ ਨਿੱਕੀ ਜਿਹੀ ਬੇਨਤੀ ਕਰਨੀ ਜ਼ਰੂਰੀ ਸਮਝਦਾ ਹਾਂ। ਭਾਈ ਸਾਹਿਬ ਹੋਰਾਂ ਨੇ ਵੀ ਅਰਜ਼ ਕੀਤੀ ਸੀ, ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਇਹ ਨਹੀਂ ਦਰਸਾਇਆ ਕਿ ਕੇਵਲ ਅਸੀਂ ਆਪਣੇ ਸੱਚ ਧਰਮ ਦੇ ਵਾਸਤੇ ਸ਼ਹਾਦਤ ਦਾ ਜਾਮ ਪੀ ਸਕਦੇ ਹਾਂ, ਅਗਰ ਕਿਸੇ ਗੈਰ ਦੇ ਨਾਲ ਵੀ, ਗੈਰ ਮਤੀਏ ਦੇ ਨਾਲ ਵੀ ਵਧੀਕੀ ਹੁੰਦੀ ਹੈ ਤੇ ਅਸੀਂ ਉਹਦੇ ਵਾਸਤੇ ਵੀ ਆਪਣੀ ਜਾਨ ਜਿਹੜੀ ਨਿਸ਼ਾਵਰ ਕਰ ਸਕਦੇ। ਦਾ ਸਬੂਤ ਦਿੱਤਾ ਸੀ ਉਹਨਾਂ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਹਿਤ ਸ਼ਹਾਦਤ ਦੇ ਜਾਮ ਪੀ ਕੇ। ਪਰ ਅੱਜ ਮੈਨੂੰ ਕਦੇ ਕਦੇ ਹੈਰਾਨਗੀ ਹੁੰਦੀ ਹੈ ਕਿ ਗੁਰੂ ਨਾਨਕ ਦੇ ਘਰ ਦੇ ਨਾਲ ਵੈਰ ਕਿਉਂ ਰੱਖਿਆ ਜਾਂਦਾ? ਕਿਉਂ ਰੱਖਿਆ ਜਾਂਦਾ? ਕਿਉਂਕਿ ਸਿੱਖੀ ਇੱਕ ਨਵੀਨ ਧਰਮ ਹੈ, ਬੜਾ ਪਿਆਰਾ ਹੈ, ਬੜਾ ਨਿਆਰਾ ਹੈ, ਬੜੀ ਇਹਦੀ ਵਿਲੱਖਣ ਵਿਚਾਰਧਾਰਾ ਹੈ, ਜੋ ਸਮੁੱਚੀ ਮਾਨਵਤਾ ਨੂੰ ਕਲਾਵੇ ਚ ਲੈਂਦੀ ਹੈ, ਜੋ ਸੱਚ ਦੀ ਗੱਲ ਕਰਦੀ ਹੈ। ਪਰ ਜਿਹੜੇ ਲੋਕ ਧਰਮ ਦੇ ਨਾਮ ਦੇ ਉੱਪਰ ਸਿਆਸੀ ਰੋਟੀਆਂ ਸੇਕਦੇ ਹੋਣ, ਐਸੇ ਲੋਕਾਂ ਨੂੰ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਆ ਕੱਲ ਪਰਸੋਂ ਜੋ ਕੈਨੇਡਾ ਵਿੱਚ ਹੋਇਆ, ਇੱਕ ਝੜਪ ਹੋਈ, ਉਹ ਵੀ ਮੰਦਿਰ ਦੇ ਬਾਹਰ। ਹਾਲੇ ਕਿ ਅਟੈਕ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਤੇ ਕੀਤਾ ਗਿਆ ਹੈ। ਪਰ ਜਿਹੜਾ ਸਾਡਾ ਹਿੰਦੁਸਤਾਨੀ ਮੀਡੀਆ ਹੈ, ਸਾਰਾ ਨਹੀਂ ਪਰ ਪਰੰਤੂ ਬਹੁਤ ਜ਼ਿਆਦਾ ਅਜਿਹਾ ਹੈ ਜਿਨ੍ਹਾਂ ਨੇ ਉਸਨੂੰ ਇੱਕ ਵੱਖਰੀ ਜੀ ਰੰਗਤਾ ਦੇ ਕੇ ਹਿੰਦੁਸਤਾਨ ਦੇ ਅੰਦਰ ਵੀ ਇੱਕ ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ। ਨਹੀਂ ਜੀ ਨਹੀਂ, ਉੱਥੇ ਸਿੱਖਾਂ ਨੇ, ਖਾਲਿਸਤਾਨੀਆਂ ਨੇ ਮੰਦਿਰ ਤੇ ਅਟੈਕ ਕਰਤਾ, ਜਦੋਂ ਕਿ ਅਸਲੀਅਤ ਕੁਝ ਹੋਰ ਹੈ। ਮੈਂ ਬੇਨਤੀ ਕਰਦਾ ਹੁੰਦਾ, ਚਾਹੇ ਉਹ ਦੇਸ਼ ਦੀ ਸਰਕਾਰ ਹੈ, ਚਾਹੇ ਵਿਦੇਸ਼ ਦੀ ਸਰਕਾਰ, ਸਾਨੂੰ ਇਹੋ ਜਿਹੇ ਸਮੇਂ ਦੀ ਨਿਜਾਗਤ ਨੂੰ ਪਹਿਚਾਨਣ ਦੀ ਜ਼ਰੂਰਤ ਹੈ। ਧਰਮਾਂ ਕੌਮਾਂ ਦੇ ਨਾਮ ਦੇ ਉੱਪਰ ਸਾਨੂੰ ਮਾਨਵਤਾ ਨੂੰ ਅੱਗ ਦੀਆਂ ਭੱਠੀਆਂ ਵਿੱਚ ਝੋਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਫਿਰ ਇੱਥੇ ਬਸ ਨਹੀਂ, ਅੱਜ ਵੀ ਇਹੀ ਭੰਡਿਆ ਜਾ ਰਿਹਾ ਹੈ, ਦਰਸਾਇਆ ਜਾ ਰਿਹਾ ਹੈ। ਮਾਫ ਕਰਨਾ, ਪਰਸੋਂ ਦਾ ਜਦੋਂ ਸੁਣਿਆ ਨਾ ਕਿ ਜਿਹੜੇ ਹਵਾਈ ਅੱਡੇ ਨੇ ਉਹਨਾਂ ਦੇ ਕਰਮਚਾਰੀਆਂ ਦੀਆਂ ਕਿਰਪਾਨਾਂ ਦੇ ਉੱਪਰ ਵੀ ਰੋਕ ਲਾ ਦਿੱਤੀ ਗਈ, ਇੱਕ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇਸ ਵਾਸਤੇ ਸਰਕਾਰਾਂ ਨੂੰ ਚਾਹੀਦਾ ਹੈ, ਚਾਹੇ ਉਹ ਕਿਸੇ ਸਟੇਟ ਦੀ ਹੋਵੇ, ਚਾਹੇ ਦੇਸ਼ ਦੀ ਹੋਵੇ, ਕਿਸੇ ਵੀ ਧਰਮ ਦੇ ਧਾਰਮਿਕ ਚਿੰਨ੍ਹ ਜਿਹੜੀ ਉਹਨਾਂ ਦੀ ਧਾਰਮਿਕ ਸੁਤੰਤਰਤਾ ਜਿਹੜੀ ਹੈ ਉਹਦੇ ਉੱਪਰ ਪਾਬੰਦੀ ਲਾਉਣੀ ਜਿਹੜੀ ਹੈ ਉਹ ਜਾਇਜ਼ ਨਹੀਂ ਹੁੰਦੀ ਹੈ।
ਇਸ ਪਾਸੇ ਨੂੰ ਜ਼ਰੂਰ ਵਿਚਾਰਨ ਦੀ ਜ਼ਰੂਰਤ ਹੈ ਔਰ ਸਿੱਖਾਂ ਨੂੰ ਵੀ ਆਪਣੇ ਹੱਕ ਸੱਚ ਦੇ ਵਾਸਤੇ ਲੜਨ ਤੇ ਖੜਨ ਦੀ ਜ਼ਰੂਰਤ ਹੈ। ਔਰ ਬਾਹਰੀ ਤੌਰ ਤੇ ਕਹਿਣਾ ਸੀ ਧਾਰਮਿਕ ਹੈ, ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਅੰਦਰੋਂ ਅੰਦਰ ਹੀ ਅਸੀਂ ਉਹਨਾਂ ਦੇ ਧਰਮਾਂ ਦੇ ਵਿਰੋਧੀ ਬਣ ਜਾਈਏ। ਜਿਵੇਂ ਮਹਾਰਾਣੀ ਵਿਕਟੋਰੀਆ ਨੇ 1857 ਦੇ ਗਦਰ ਤੋਂ ਬਾਅਦ ਇੱਕ ਐਲਾਨ ਕੀਤਾ ਸੀ, ਅਸੀਂ ਹਿੰਦੁਸਤਾਨ ਦੇ ਮਜ਼ਹਬੀ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ, ਪਰ ਸਿੱਖ ਮਤ ਦੇ ਅੰਦਰ ਉਹਨਾਂ ਨੇ ਪੂਰੀ ਰੱਜ ਕੇ ਦਖਲਅੰਦਾਜ਼ੀ ਕੀਤੀ ਸੀ। ਸੋ ਖੈਰ ਸਤਿਗੁਰੂ ਕਿਰਪਾ ਕਰਨ, ਸਮੇਂ ਚ ਰਹਿੰਦਿਆਂ ਸ਼ਬਦ ਦੀਆਂ ਅੰਤਲੇ ਪਦ ਦੀ ਵਿਚਾਰ ਕਰਕੇ ਸਮਾਪਤੀ ਕਰੀਏ। ਕਾਏ ਕਮੰਡਲ ਕਾਪੜੀਆਰੇ 68 ਕਾਏ ਫਰਾਈ, ਹੱਥ ਦੇ ਵਿੱਚ ਤੂੰ ਕਰਮੰਡਲ ਫੜਿਆ ਹੋਇਆ, ਤਨ ਦੇ ਉੱਪਰ ਤੂੰ ਲੀਰਾਂ ਵਾਲਾ ਘਸਿਆ ਪਿਟਿਆ ਜਿਹਾ ਕੱਪੜਾ ਪਹਿਨਿਆ ਹੋਇਆ। ਕਹਿੰਦੇ ਹਾਥ ਕਾਏ ਕਮੰਡਲ ਕਾਪੜੀਆਰੇ 68 ਕਾਏ ਫਰਾਈ, ਕਾਦੇ ਵਾਸਤੇ ਠਾਠਾਂ ਤੀਰਥਾਂ ਤੇ ਇਸ਼ਨਾਨ ਕਰਦਾ ਤੁਰਿਆ ਫਿਰਦਾ ਹੈ। ਬਦਤ ਤੇ ਲੋਚਨ ਸੁਣਵੇ ਪ੍ਰਾਣੀ ਕਾਣ ਬਿਨ ਗਾਹ ਕੇ ਪਾਹੀ, ਕਹਿੰਦੇ ਮੈਂ ਤਰਲੋਚਨ ਕਹਿੰਦਾ ਹਾਂ, ਸੁਣ ਐ ਬੰਦੇ ਸੁਣ ਧਿਆਨ ਨਾਲ, ਕਣ ਬਿਨ ਗਾਹ ਕੇ ਪਾਹੀ, ਕਿਉਂਕਿ ਜੇ ਕਣਕਾਂ ਨੂੰ ਪਹਿਲਾਂ ਵੱਢਿਆ ਜਾਂਦਾ ਸੀ, ਫਿਰ ਉਹਨਾਂ ਦੇ ਖਲਵਾੜੇ ਲਏ ਜਾਂਦੇ ਸੀ, ਕਣਕਾਂ ਗੰਝਾਂ ਜਾਂਦੀਆਂ ਸੀ, ਫਸਲਾਂ ਜਦੋਂ ਮਸ਼ੀਨਾਂ ਹੋਂਦ ਵਿੱਚ ਨਹੀਂ ਸੀ ਆਈਆਂ। ਕਹਿੰਦੇ ਜੇ ਉਸ ਕਣਕ ਦੇ ਸਿੱਟੇ ਦੇ ਵਿੱਚ ਦਾਣੇ ਹੀ ਹੈ ਨਹੀਂ, ਤੇ ਫਿਰ ਇਹ ਜਿਹੜਾ ਨਾੜ ਹੈ ਉਹਨੂੰ ਗਾਉਣ ਦਾ ਕੀ ਫਾਇਦਾ ਹੈ, ਪਰਾਲ ਨੂੰ ਜਿਹੜਾ ਹੈ ਉਹ ਗਾਉਣ ਦਾ ਕੀ ਫਾਇਦਾ ਹੈ ਜੇ ਝੋਨੇ ਦੇ ਵਿੱਚ ਦਾਣੇ ਹੀ ਹੈ ਨਹੀਂ। ਕਿਸੇ ਵੀ ਫਸਲ ਦੀ ਗੱਲ ਕਰ ਲਈਏ, ਕਹਿੰਦੇ ਬਦਤ ਤੇ ਲੋਚਨ ਸੁਣ ਰੇ ਪ੍ਰਾਣੀ ਕਣ ਬਿਨ ਗਾਹ ਕੇ ਪਾਹੀ, ਜਦੋਂ ਉਹਦੇ ਵਿੱਚ ਕਾਣੀ ਨਹੀਂ ਦਾਣੇ ਨਹੀਂ ਤੇ ਇਹ ਫੋਗ ਦਾ ਗਾਹ ਕੀ ਪਾਉਣਾ ਹੋਏ। ਇਸ ਵਾਸਤੇ ਕੁੱਲ ਮਿਲਾ ਕੇ ਸਾਰੇ ਸ਼ਬਦ ਦੇ ਵਿੱਚੋਂ ਸਾਨੂੰ ਸਮਝ ਇਹ ਪੈਂਦੀ ਹੈ ਕਿ ਅਸੀਂ ਜੋ ਅੰਤਰ ਆਤਮੇ ਵਸਦਾ ਹੋਇਆ ਵਾਹਿਗੁਰੂ ਅਕਾਲ ਪੁਰਖ ਹੈ, ਉਸ ਨੂੰ ਲੱਭੀਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਅਸੀਂ ਜੋ ਗੁਰੂ ਨੇ ਸਾਨੂੰ ਸੱਚ ਦਾ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਨੂੰ ਬਾਣੀ ਰੂਪ ਦੇ ਵਿੱਚ ਪੜ੍ਹੀਏ, ਸੁਣੀਏ, ਸਮਝੀਏ, ਅਮਲ ਦੇ ਵਿੱਚ ਲਿਆਈਏ, ਤਾਂ ਕਿ ਅਸੀਂ ਸੰਸਾਰਿਕ ਜੀਵਨ ਜਿਉਂਦਿਆਂ ਹੋਇਆਂ ਇਹ ਮਨੁੱਖੀ ਜੀਵਨ ਦੀ ਬਾਜੀ ਨੂੰ ਜਿੱਤ ਕੇ ਵੀ ਜਾ ਸਕੀਏ ਔਰ ਆਤਮਿਕ ਆਨੰਦ ਨੂੰ ਵੀ ਮਾਣ ਸਕੀਏ। ਸੋ ਕਟਾਨਕੋਟ ਧੰਨਵਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦੇ ਨਾਲ ਗੁਰਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪ ਸਰਬੱਤ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਦਾ ਅਵਸਰ ਦੇ ਕੇ